ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 20 ਹੈ। ਅੱਜ ਅਸੀਂ ਕੰਸਟ੍ਰੇਨਡ ਮੈਕਸਿਮਾ ਅਤੇ ਮਿਨੀਮਾ ਤੇ ਚਰਚਾ ਕਰਾਂਗੇ। ਵਿਸ਼ੇਸ਼ ਰੂਪ ਵਿੱਚ ਲੈਗਰੇਂਜ ਦੇ ਮਲਟੀਪਲਾਇਰ ਦੇ ਮੈਥਡ ਬਾਰੇ ਗੱਲਬਾਤ ਕਰਾਂਗੇ, ਜਿਸ ਦਾ ਉਪਯੋਗ ਅਜਿਹੀਆਂ ਪ੍ਰੋਬਲਮਾਂ ਦਾ ਹੱਲ ਕਰਨ ਲਈ ਕੀਤਾ ਜਾਂਦਾ ਹੈ ਜਿੱਥੇ ਸਾਡੇ ਕੋਲ ਫੰਕਸ਼ਨ ਦੇ ਨਾਲ ਕੰਸਟਰੇਂਟ ਹਨ। ਤਾਂ ਲੈਗਰੇਂਜ ਮਲਟੀਪਲਾਇਰ ਦਾ ਮੈਥਡ ਕੀ ਹੈ? ਮੈਨੂੰ ਬਸ ਪ੍ਰੋਬਲਮ ਤੇ ਚਰਚਾ ਕਰਨ ਦਿਓ। ਜੇਕਰ ਅਸੀਂ ਫੰਕਸ਼ਨ ਦੇ ਮੈਕਸਿਮਾ ਅਤੇ ਮਿਨੀਮਾ ਨੂੰ ਖੋਜਣਾ ਚਾਹੁੰਦੇ ਹਾਂ ਤਾਂ ਮੰਨ ਲਓ ਕਿ u ਬਰਾਬਰ ਹੈ f(x), ਜਿੱਥੇ ਸਾਡੇ ਕੋਲ ਕੁਝ ਹੋਰ ਕੰਸਟਰੇਂਟ ਹਨ ਕਿ ਫਾਈ xy 0 ਦੇ ਬਰਾਬਰ ਹੈ। ਇਸ ਲਈ ਸਾਡੇ ਕੋਲ xy ਤੇ ਕੁਝ ਰਿਲੇਸ਼ਨ ਹਨ ਅਤੇ ਕੁਝ ਕੰਡੀਸ਼ਨਾਂ ਹਨ। ਇਹ ਮੂਲ ਰੂਪ ਵਿੱਚ ਉਸ ਪ੍ਰੋਬਲਮ ਦੇ ਸਿਮਿਲਰ ਹੈ ਜਿਸ ਤੇ ਕਿ ਅਸੀਂ ਪਿਛਲੇ ਲੈਕਚਰ ਵਿੱਚ ਚਰਚਾ ਕੀਤੀ ਹੈ, ਜਿੱਥੇ ਕਿ ਅਸੀਂ ਬਾਉਂਡਰੀਆਂ ਨੂੰ ਧਿਆਨ ਵਿੱਚ ਰੱਖਿਆ ਸੀ। ਇਸ ਲਈ ਉਹ ਬਾਉਂਡਰੀਆਂ ਅਸਲੀਅਤ ਵਿੱਚ ਫੰਕਸ਼ਨ ਤੇ ਐਡੀਸ਼ਨਲ ਕੰਸਟਰੇਂਟ ਸਨ ਜਿਨ੍ਹਾਂ ਨੂੰ xy ਸੰਤੁਸ਼ਟ ਕਰਦਾ ਹੈ। ਜਾਂ ਤਾਂ x 0 ਦੇ ਬਰਾਬਰ ਹੈ ਜਾਂ ਫਿਰ y 0 ਦੇ ਬਰਾਬਰ ਹੈ, ਜਾਂ ਇੱਥੇ ਇੱਕ ਲਾਈਨ ਸੀ y ਬਰਾਬਰ ਹੈ 9-x। ਇਸ ਲਈ ਦਿੱਤੇ ਗਏ ਫੰਕਸ਼ਨ ਦੇ ਨਾਲ ਇੱਕ ਐਡੀਸ਼ਨਲ ਕੰਡੀਸ਼ਨ ਸੀ। ਇਸ ਲਈ ਅਸੀਂ y ਦੀ ਵੈਲਿਊ ਨੂੰ ਇਸ f(xy) ਵਿੱਚ ਸਬਸਟੀਟਿਊਟ ਕਰ ਦਿੱਤਾ ਹੈ ਅਤੇ ਫਿਰ ਫੰਕਸ਼ਨ ਨੂੰ ਇੱਕ ਵੇਰੀਏਬਲ ਪ੍ਰੋਬਲਮ ਦੇ ਫੰਕਸ਼ਨ ਵਿੱਚ ਬਦਲ ਦਿੱਤਾ ਹੈ, ਜਿਸ ਦੀ ਅਸੀਂ ਇਸ ਹਰ ਇੱਕ ਕੰਡੀਸ਼ਨ ਦੇ ਨਾਲ ਚਰਚਾ ਕੀਤੀ ਹੈ। ਇਸ ਲਈ ਅੱਜ ਸਾਡੇ ਕੋਲ ਲੈਗਰੇਂਜ ਮਲਟੀਪਲਾਇਰ ਦਾ ਇਹ ਮੈਥਡ ਹੋਵੇਗਾ ਜਿੱਥੇ ਸਾਨੂੰ ਇਸ ਵਿੱਚ y ਦੀ ਵੈਲਿਊ ਨੂੰ ਸਬਸਟੀਟਿਊਟ ਕਰਨ ਅਤੇ ਫਿਰ ਇੱਕ ਵੇਰੀਏਬਲ ਦਾ ਫੰਕਸ਼ਨ ਪ੍ਰਾਪਤ ਕਰਨ ਅਤੇ ਐਕਸਟ੍ਰੀਮਾ ਲਈ ਅੱਗੇ ਵਧਣ ਦੀ ਲੋੜ ਨਹੀਂ ਹੈ। ਇਸ ਮਾਮਲੇ ਵਿੱਚ ਸਾਡੇ ਕੋਲ ਇੱਕ ਡਾਇਰੈਕਟ ਮੈਥਡ ਹੈ ਜਿਸ ਵਿੱਚ ਅਸੀਂ ਸਬਸਟੀਟਿਊਟ ਕੀਤੇ ਬਿਨਾਂ ਹੀ ਇਹਨਾਂ ਸਾਰੇ ਕ੍ਰਿਟੀਕਲ ਪੁਆਇੰਟਾਂ ਨੂੰ ਅਸਲੀਅਤ ਵਿੱਚ ਪ੍ਰਾਪਤ ਕਰ ਸਕਦੇ ਹਾਂ, ਜਿੱਥੇ ਕਿ ਫੰਕਸ਼ਨ ਮੈਕਸਿਮਮ ਮਿਨੀਮਮ ਲੈ ਸਕਦਾ ਹੈ ਜਾਂ ਇਹ ਸੈਡਲ ਪੁਆਇੰਟ ਹੋ ਸਕਦਾ ਹੈ। ਮੈਨੂੰ ਇਹ ਵਿਆਖਿਆ ਕਰਨ ਦਿਓ ਕਿ ਲੈਗਰੇਂਜ ਮਲਟੀਪਲਾਇਰ ਦਾ ਮੈਥਡ ਕੀ ਹੈ। ਇਸ ਲਈ ਇੱਥੇ ਅਸੀਂ ਚੇਨ ਰੂਲ ਦਾ ਉਪਯੋਗ ਕਰਦੇ ਹਾਂ। ਇੱਥੇ u ਬਰਾਬਰ ਹੈ f(xy), ਅਸੀਂ ਸਿੱਧਾ du dx ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਇੱਥੇ ਫੰਕਸ਼ਨ y x ਦਾ ਇੱਕ ਫੰਕਸ਼ਨ ਹੈ। ਇਸ ਤੋਂ ਸਾਨੂੰ ਇਹ ਰਿਲੇਸ਼ਨ ਮਿਲਦਾ ਹੈ x ਅਤੇ y ਦੇ ਵਿੱਚ। ਇਸ ਲਈ ਇਸ y ਨੂੰ ਇੱਥੋਂ ਹਟਾ ਕੇ ਸਾਡੇ ਕੋਲ ਮੂਲ ਰੂਪ ਵਿੱਚ ਇਸ x ਦਾ ਇੱਕ ਫੰਕਸ਼ਨ ਹੈ, ਇਹ du/dx ਇੱਥੇ ਸਮਝ ਵਿੱਚ ਆਉਂਦਾ ਹੈ। ਪਰ ਇਸ ਚੇਨ ਰੂਲ ਦੇ ਵਿਚਾਰ ਨਾਲ ਅਸੀਂ ਡੈਰੀਵੇਟਿਵ ਨੂੰ ਪਾਰਸ਼ਲ ਡੈਰੀਵੇਟਿਵਸ ਦੀ ਟਰਮਜ਼ ਵਿੱਚ ਪ੍ਰਾਪਤ ਕਰ ਸਕਦੇ ਹਾਂ। ਇਸ ਲਈ f ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ x ਅਤੇ ਫਿਰ dx/dx ਇੱਕ ਹੋਵੇਗਾ ਪਲੱਸ ਇਸ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ y ਅਤੇ ਫਿਰ dy/dx। ਤਾਂ ਇਸ du/dx ਦੇ ਨਾਲ ਅਤੇ ਐਕਸਟ੍ਰੀਮਾ ਦੇ ਪੁਆਇੰਟ ਤੇ, ਕਿਉਂਕਿ ਅਸੀਂ ਜਾਣਦੇ ਹਾਂ ਕਿ du/dx 0 ਹੋਣਾ ਚਾਹੀਦਾ ਹੈ, ਜੋ ਕਿ ਇੱਕ ਵੇਰੀਏਬਲ ਪ੍ਰੋਬਲਮ ਹੈ ਜਿੱਥੇ ਅਸੀਂ u ਦਾ ਇਹ ਡੈਰੀਵੇਟਿਵ ਵਿਦ ਰਿਸਪੈਕਟ ਟੂ x ਪ੍ਰਾਪਤ ਕਰਨਾ ਹੈ, ਜਿਸ ਨੂੰ ਕਿ ਐਕਸਟ੍ਰੀਮਾ ਦੇ ਪੁਆਇੰਟ ਤੇ 0 ਹੋਣਾ ਚਾਹੀਦਾ ਹੈ। ਅਸੀਂ ਇੱਥੇ ਇਸ ਪੁਆਇੰਟ ਤੇ ਇਹ ਪ੍ਰਾਪਤ ਕਰਦੇ ਹਾਂ ਕਿ ਇਹ ਡੈਰੀਵੇਟਿਵ 0 ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ਕਿ ਇਹ del f/del x ਪਲੱਸ del f/del y ਇਨਟੂ dy/dx 0 ਹੋਣਾ ਚਾਹੀਦਾ ਹੈ। ਅਤੇ ਇਸ ਐਕਸਟ੍ਰੀਮਾ ਦੇ ਪੁਆਇੰਟ ਤੇ ਸਾਡੇ ਕੋਲ ਇਹ del f/del x ਪਲੱਸ ਇਹ del f/del y dy/dx ਬਰਾਬਰ ਹੈ 0। ਤਾਂ ਜੋ ਅਸੀਂ ਇੱਕ ਕੰਡੀਸ਼ਨ, ਇੱਕ ਇਕੁਏਸ਼ਨ ਪ੍ਰਾਪਤ ਕਰ ਰਹੇ ਹਾਂ ਜਿਸ ਨੂੰ ਕਿ ਐਕਸਟ੍ਰੀਮਾ ਦੇ ਪੁਆਇੰਟ ਤੇ ਸੰਤੁਸ਼ਟ ਕਰਨਾ ਪਵੇਗਾ ਅਤੇ ਫਿਰ ਇਹ ਇਕੁਏਸ਼ਨ ਜੋ ਕਿ ਇੱਕ ਕੰਸਟਰੇਂਟ ਹੈ ਕਿ ਇੱਕ ਫਾਈ xy 0 ਹੋਣਾ ਚਾਹੀਦਾ ਹੈ। ਇਸ ਲਈ ਜੋ ਵੀ ਪੁਆਇੰਟ ਐਕਸਟ੍ਰੀਮਾ ਦਾ ਪੁਆਇੰਟ ਹੋਵੇ, ਇਸ ਕੰਡੀਸ਼ਨ ਸੰਤੁਸ਼ਟ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪ੍ਰੋਬਲਮ ਵਿੱਚ ਦਿੱਤਾ ਗਿਆ ਹੈ ਕਿ ਰਿਲੇਸ਼ਨ x ਅਤੇ y ਨੂੰ ਇਸ ਰਿਲੇਸ਼ਨ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਕੋਈ ਵੀ ਪੁਆਇੰਟ ਸਾਡੇ ਕੋਲ ਐਕਸਟ੍ਰੀਮਾ ਦਾ ਪੁਆਇੰਟ ਹੋਵੇ, ਇਹ ਇਕੁਏਸ਼ਨ ਕਿਸੇ ਵੀ ਪੁਆਇੰਟ ਤੇ ਸੰਤੁਸ਼ਟ ਹੋਣੀ ਚਾਹੀਦੀ ਹੈ। ਤਾਂ ਸੁਭਾਵਿਕ ਰੂਪ ਵਿੱਚ ਐਕਸਟ੍ਰੀਮਾ ਦੇ ਇੱਕ ਪੁਆਇੰਟ ਤੇ ਵੀ। ਇਸ ਲਈ ਅਸੀਂ ਇਸ ਇਕੁਏਸ਼ਨ ਨੂੰ ਜਿੱਤ ਲਿਆ ਹੈ ਜੇਕਰ ਅਸੀਂ ਇਸ ਇਕੁਏਸ਼ਨ ਤੋਂ ਕੋਈ ਡੈਰੀਵੇਟਿਵ ਵਿਦ ਰਿਸਪੈਕਟ ਟੂ x ਪ੍ਰਾਪਤ ਕਰਦੇ ਹਾਂ ਅਤੇ ਜੇਕਰ ਅਸੀਂ ਇਸ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਅਸੀਂ ਦੁਬਾਰਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ x ਪ੍ਰਾਪਤ ਕਰਾਂਗੇ ਅਤੇ ਚੇਨ ਰੂਲ ਪਲੱਸ ਇਹ del f/del y ਅਤੇ ਫਿਰ dy/dx ਬਰਾਬਰ ਹੈ 0। ਇਸ ਲਈ ਅਸੀਂ ਇੱਕ ਹੋਰ ਇਕੁਏਸ਼ਨ ਪ੍ਰਾਪਤ ਕਰਦੇ ਹਾਂ ਜੋ ਕਿ ਐਕਸਟ੍ਰੀਮਾ ਦੇ ਪੁਆਇੰਟ ਤੇ ਸੰਤੁਸ਼ਟ ਹੁੰਦੀ ਹੈ ਅਤੇ ਹੁਣ ਅਸੀਂ ਇਹਨਾਂ ਦੋ ਇਕੁਏਸ਼ਨਾਂ ਵਿੱਚੋਂ ਇਸ dy/dx ਟਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਾਡੇ ਕੋਲ ਪਾਰਸ਼ਲ ਡੈਰੀਵੇਟਿਵਸ ਦੀ ਟਰਮਜ਼ ਵਿੱਚ ਸਭ ਕੁਝ ਹੋਵੇਗਾ। ਇੱਥੇ ਸਾਡੇ ਕੋਲ ਹੈ del phi/del x ਪਲੱਸ del phi/del y ਇਨਟੂ dy/dx। ਇਹ ਦੂਸਰੀ ਇਕੁਏਸ਼ਨ ਦੀ ਲੈਫਟ ਹੈਂਡ ਸਾਈਡ ਹੈ ਅਤੇ ਅਸੀਂ -fy phi y
ਨਾਲ ਗੁਣਾ ਕੀਤਾ ਹੈ। ਇਹ ਵਿਚਾਰ ਇਸ ਲਈ ਹੈ ਕਿਉਂਕਿ ਇਹ phi y ਅਤੇ phi y ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ ਮਾਈਨਸ sin dy ਬਟਾ dx ਅਤੇ ਇਹ del f ਬਟਾ del y ਅਤੇ ਇੱਥੇ ਸਾਡੇ ਕੋਲ del f ਬਟਾ del y ਅਤੇ dy ਬਟਾ dx ਹੈ। ਇਸ ਲਈ ਇਹਨਾਂ ਦੋਨਾਂ ਨੂੰ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਸਾਡੇ ਕੋਲ ਇਸ dy ਬਟਾ dx ਤੋਂ ਮੁਕਤ ਟਰਮ ਹੈ। ਇਸ ਮਾਮਲੇ ਵਿੱਚ, ਜਦੋਂ ਅਸੀਂ ਇੱਥੇ ਜੋੜਿਆ ਤਾਂ ਇਹ ਟਰਮਜ਼ ਕੈਂਸਲ ਹੋ ਜਾਣਗੀਆਂ ਅਤੇ ਅਸੀਂ ਬਸ ਇਹ ਮੰਨ ਲਵਾਂਗੇ ਕਿ ਇੱਥੇ ਲੈਂਬਡਾ ਸਿਰਫ ਸਰਲੀਕਰਨ ਲਈ ਹੈ। ਇਸ ਲਈ ਅਸੀਂ ਇੱਥੇ ਇਹ ਲੈਂਬਡਾ ਇਨਟੂ del phi ਬਟਾ del x ਪ੍ਰਾਪਤ ਕਰਦੇ ਹਾਂ, ਅਤੇ ਇਹ del f ਬਟਾ del x ਬਰਾਬਰ ਹੈ 0। ਇਹ ਉਹ ਇਕੁਏਸ਼ਨ ਹੈ ਜੋ ਕਿ ਸਾਨੂੰ ਮਿਲੀ ਹੈ ਜੋ ਕਿ ਐਕਸਟ੍ਰੀਮਾ ਦੇ ਪੁਆਇੰਟ ਤੇ ਸੰਤੁਸ਼ਟ ਹੋਣੀ ਚਾਹੀਦੀ ਹੈ ਜੋ ਕਿ ਇੱਕ ਇਕੁਏਸ਼ਨ ਹੈ। ਦੂਸਰੀ ਇਕੁਏਸ਼ਨ ਕਿਉਂਕਿ ਲੈਂਬਡਾ ਇੱਥੇ ਦਿਖਾਈ ਦਿੰਦਾ ਹੈ ਇਸ ਲਈ ਸਾਡੇ ਇੱਥੇ ਇਹ ਰਿਲੇਸ਼ਨ ਹੈ ਕਿ del f ਬਟਾ del y ਇਸ phi y ਇਨਟੂ ਲੈਂਬਡਾ ਦੇ ਬਰਾਬਰ ਹੈ, ਜੋ ਕਿ ਇੱਥੇ ਰਿਲੇਸ਼ਨ ਹੈ। ਇਸ ਲਈ ਸਾਡੇ ਕੋਲ ਇੱਕ ਹੋਰ ਰਿਲੇਸ਼ਨ ਹੈ ਜਿਸ ਨੂੰ ਕਿ ਸੰਤੁਸ਼ਟ ਕਰਨਾ ਹੈ ਅਤੇ ਸਾਡੇ ਕੋਲ ਇਹ ਇਕੁਏਸ਼ਨ ਹੈ phi xy ਬਰਾਬਰ ਹੈ 0। ਇਸ ਲਈ ਸਾਡੇ ਕੋਲ ਇਹ ਤਿੰਨ ਇਕੁਏਸ਼ਨਾਂ ਹਨ ਜੋ ਉੱਥੇ ਐਕਸਟ੍ਰੀਮਾ ਦੇ ਪੁਆਇੰਟ ਤੇ ਸੰਤੁਸ਼ਟ ਹੋਣੀਆਂ ਚਾਹੀਦੀਆਂ ਹਨ। ਹੁਣ ਅੱਗੇ ਵਧਦੇ ਹੋਏ ਅਸੀਂ ਇਹ ਚਰਚਾ ਕੀਤੀ ਹੈ ਕਿ ਇਹ ਉਹ ਇਕੁਏਸ਼ਨਾਂ ਹਨ ਜੋ ਐਕਸਟ੍ਰੀਮ ਪੁਆਇੰਟ ਤੇ ਸੰਤੁਸ਼ਟ ਹੋਣੀਆਂ ਚਾਹੀਦੀਆਂ ਹਨ। ਅਤੇ ਸਾਡੇ ਕੋਲ ਇੱਥੇ ਤਿੰਨ ਪੈਰਾਮੀਟਰ ਹਨ ਇਸ ਲਈ ਮੂਲ ਰੂਪ ਵਿੱਚ ਤਿੰਨ ਅਗਿਆਤ ਪੈਰਾਮੀਟਰ ਹਨ x y ਉਹ ਪੁਆਇੰਟ ਹੋਣਗੇ ਜਿਨ੍ਹਾਂ ਦੀ ਅਸੀਂ ਖੋਜ ਕਰ ਰਹੇ ਹਾਂ। ਅਤੇ ਇਹ ਇੱਕ ਲੈਂਬਡਾ ਵੀ ਹੈ ਜਿਸ ਤੇ ਅਸੀਂ ਚਰਚਾ ਕੀਤੀ ਹੈ। ਇਸ ਲਈ x y ਅਤੇ ਲੈਂਬਡਾ ਇੱਥੇ ਤਿੰਨ ਪੁਆਇੰਟ ਹਨ ਜਿਨ੍ਹਾਂ ਨੂੰ ਅਸੀਂ ਇਹਨਾਂ ਤਿੰਨਾਂ ਇਕੁਏਸ਼ਨਾਂ ਨੂੰ ਹੱਲ ਕਰਕੇ ਪ੍ਰਾਪਤ ਕਰਨਾ ਹੈ। ਇਹ ਪੁਆਇੰਟ x y ਦੀ ਟਰਮਜ਼ ਵਿੱਚ ਐਕਸਟ੍ਰੀਮਾ ਦੇ ਪੁਆਇੰਟ ਹੋਣਗੇ। ਤਾਂ ਲੈਗਰੇਂਜ ਮਲਟੀਪਲਾਇਰ ਦਾ ਮੈਥਡ ਕੀ ਹੈ ਜਿਸ ਤੇ ਅਸੀਂ ਹੁਣੇ ਚਰਚਾ ਕੀਤੀ ਹੈ। ਇਸ ਨੂੰ ਆਸਾਨੀ ਨਾਲ ਯਾਦ ਰੱਖਣ ਦਾ ਇੱਕ ਤਰੀਕਾ ਇਹ ਹੈ ਕਿ ਇਹਨਾਂ ਇਕੁਏਸ਼ਨਾਂ ਨੂੰ ਕਿਵੇਂ ਸੈੱਟ ਕੀਤਾ ਜਾਵੇ, ਜਿਸ ਦੀ ਥੋੜੀ ਲੰਬੀ ਡੈਰੀਵੇਸ਼ਨ ਅਸੀਂ ਦੇਖੀ ਹੈ, ਪਰ ਹੁਣ ਅਸੀਂ ਇੱਥੇ ਵਧੇਰੇ ਸਟੀਕ ਰੂਪ ਨਾਲ ਉਹ ਫਾਰਮ ਲਿਖਾਂਗੇ ਜਿਸ ਨੂੰ ਯਾਦ ਰੱਖਣਾ ਬਹੁਤ ਆਸਾਨ ਹੈ ਅਤੇ ਇਹਨਾਂ ਇਕੁਏਸ਼ਨਾਂ ਨੂੰ ਸਿੱਧਾ ਕਿਵੇਂ ਪ੍ਰਾਪਤ ਕਰੀਏ। ਇਸ ਲਈ ਸਾਡੇ ਕੋਲ ਇਹ ਪ੍ਰੋਬਲਮ ਹੈ ਕਿ ਅਸੀਂ ਇਸ u ਨੂੰ ਮੈਕਸਿਮਮ ਜਾਂ ਮਿਨੀਮਮ ਕਰਦੇ ਹੋਏ f(x, y) ਦੇ ਬਰਾਬਰ ਕਰਨਾ ਚਾਹੁੰਦੇ ਹਾਂ ਇਸ ਕੰਡੀਸ਼ਨ ਦੇ ਤਹਿਤ ਕਿ x y ਇਸ ਰਿਲੇਸ਼ਨ ਨੂੰ ਸੰਤੁਸ਼ਟ ਕਰਦਾ ਹੈ ਅਤੇ ਅਸੀਂ ਸਿਰਫ ਇੱਕ ਔਗਜ਼ਿਲਰੀ ਫੰਕਸ਼ਨ ਵਿੱਚ ਪਰਿਭਾਸ਼ਿਤ ਕਰਦੇ ਹਾਂ। ਅਸੀਂ f(x, y) ਅਤੇ ਲੈਂਬਡਾ ਨੂੰ ਪਰਿਭਾਸ਼ਿਤ ਕਰਦੇ ਹਾਂ। ਇਸ ਲਈ ਅਸੀਂ ਇਸ ਫੰਕਸ਼ਨ f(x, y) ਨੂੰ ਲੈਂਦੇ ਹਾਂ ਜਿਸ ਨੂੰ ਅਸੀਂ ਮਿਨੀਮਮ ਜਾਂ ਮੈਕਸਿਮਮ ਕਰਨਾ ਚਾਹੁੰਦੇ ਹਾਂ, ਅਤੇ ਪਲੱਸ ਇਹ ਲੈਂਬਡਾ ਅਤੇ ਇਹ ਕੰਸਟਰੇਂਟ ਇਹ phi x, y। ਇਸ ਲਈ ਸਾਨੂੰ ਅਜਿਹੇ ਔਗਜ਼ਿਲਰੀ ਫੰਕਸ਼ਨ ਵਿੱਚ ਪਰਿਭਾਸ਼ਿਤ ਕਰਨ ਦੀ ਲੋੜ ਹੈ। ਅਸਲੀਅਤ ਵਿੱਚ ਇਸ ਵਿਚਾਰ ਨੂੰ ਉਦੋਂ ਵਧਾਇਆ ਜਾ ਸਕਦਾ ਹੈ ਜਦੋਂ ਸਾਡੇ ਕੋਲ phi 1 phi 2 ਵਰਗੇ ਕਈ ਕੰਸਟਰੇਂਟ ਹੋਣ ਅਤੇ ਇਸੇ ਤਰ੍ਹਾਂ ਅੱਗੇ ਵੀ। ਇੱਥੇ ਸਾਨੂੰ ਲੈਂਬਡਾ 1 phi 1 ਪਲੱਸ ਲੈਂਬਡਾ 2 phi 2 ਤੇ ਚਰਚਾ ਕਰਨੀ ਪਵੇਗੀ। ਇਸ ਲਈ ਸਾਨੂੰ ਹੋਰ ਲੈਂਬਡਾ ਤੇ ਚਰਚਾ ਕਰਨੀ ਪਵੇਗੀ। ਇਸ ਲਈ ਅਸੀਂ ਸਿਰਫ ਇੱਕ ਕੰਸਟਰੇਂਟ ਦੇ ਤਹਿਤ ਚਰਚਾ ਕਰ ਰਹੇ ਹਾਂ। ਇਹ ਉਹ ਔਗਜ਼ਿਲਰੀ ਫੰਕਸ਼ਨ ਹੈ ਜਿਸ ਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ ਅਤੇ ਫਿਰ ਅਸੀਂ ਇਸ f ਦੇ ਐਕਸਟ੍ਰੀਮਾ ਲਈ ਲੋੜੀਂਦੀਆਂ ਕੰਡੀਸ਼ਨਾਂ ਖੋਜਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਇਸ f(x) ਦੇ ਡੈਰੀਵੇਟਿਵ ਵਿਦ ਰਿਸਪੈਕਟ ਟੂ x ਨੂੰ 0 ਤੇ ਸੈੱਟ ਕੀਤਾ ਜਾਵੇਗਾ। ਇਸ f ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ y ਨੂੰ 0 ਤੇ ਸੈੱਟ ਕੀਤਾ ਜਾਵੇਗਾ। f ਦੇ ਡੈਰੀਵੇਟਿਵ ਵਿਦ ਰਿਸਪੈਕਟ ਟੂ ਲੈਂਬਡਾ ਨੂੰ 0 ਤੇ ਸੈੱਟ ਕੀਤਾ ਜਾਵੇਗਾ ਇਸ f ਦੇ ਕ੍ਰਿਟੀਕਲ ਪੁਆਇੰਟਾਂ ਨੂੰ ਖੋਜਣ ਲਈ। ਇਸ ਲਈ ਅਜਿਹਾ ਕਰਨ ਨਾਲ ਅਸੀਂ ਉਹਨਾਂ ਇਕੁਏਸ਼ਨਾਂ ਨੂੰ ਸਟੀਕ ਤਰੀਕੇ ਨਾਲ ਪ੍ਰਾਪਤ ਕਰਾਂਗੇ ਜੋ ਕਿ ਅਸੀਂ ਡਰਾਈਵ ਕੀਤੀਆਂ ਹਨ ਕਿ ਐਕਸਟ੍ਰੀਮਾ ਦੇ ਪੁਆਇੰਟ ਤੇ ਇਹਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਜਦੋਂ ਅਸੀਂ ਡਰਾਈਵ ਕਰਦੇ ਹਾਂ ਅਤੇ ਜਦੋਂ ਅਸੀਂ ਡੈਰੀਵੇਟਿਵ ਵਿਦ ਰਿਸਪੈਕਟ ਟੂ x ਪ੍ਰਾਪਤ ਕਰਦੇ ਹਾਂ ਤਾਂ ਅਸੀਂ f ਦਾ ਇਹ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ x ਪ੍ਰਾਪਤ ਕਰਾਂਗੇ। ਲੈਂਬਡਾ ਅਤੇ ਇਸ phi ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ x। ਇਸ ਦਾ ਅਰਥ ਇਹ ਹੈ ਕਿ ਇਹ f(x) 0 ਦੇ ਬਰਾਬਰ ਹੈ। ਇਹ ਹੋਰ ਕੁਝ ਨਹੀਂ f(x) ਪਲੱਸ ਲੈਂਬਡਾ phi x ਹੈ ਜੋ ਕਿ ਇੱਥੇ ਪਹਿਲੀ ਇਕੁਏਸ਼ਨ ਸੀ f(y) ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ y। ਇੱਥੇ ਫਿਰ ਤੋਂ ਇਹ f(y) ਪਲੱਸ ਲੈਂਬਡਾ phi y 0 ਹੋਵੇਗਾ ਜੋ ਕਿ ਇੱਥੇ ਸੂਚੀਬੱਧ ਦੂਸਰੀ ਇਕੁਏਸ਼ਨ ਹੈ ਅਤੇ ਤੀਸਰੀ ਹੈ f ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ ਲੈਂਬਡਾ ਹੈ ਅਤੇ ਇਹ ਹੋਵੇਗਾ phi xy ਬਰਾਬਰ ਹੈ 0। ਤਾਂ ਸਾਡੇ ਕੋਲ ਇਹ ਤਿੰਨ ਇਕੁਏਸ਼ਨਾਂ ਹਨ ਜਿਨ੍ਹਾਂ ਨੂੰ ਸਿਰਫ ਔਗਜ਼ਿਲਰੀ ਫੰਕਸ਼ਨ f ਨੂੰ ਇੱਥੇ ਪਰਿਭਾਸ਼ਿਤ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਅਸੀਂ ਇਸ f(x, y) ਨੂੰ ਐਵੇਂ ਹੀ ਸਬਸਟੀਟਿਊਟ ਕਰਦੇ ਹਾਂ। ਅਸੀਂ ਇੱਕ ਲੈਂਬਡਾ ਦਿੰਦੇ ਹਾਂ ਅਤੇ ਸਾਡੇ ਕੋਲ ਸਿਰਫ ਇੱਕ ਕੰਸਟਰੇਂਟ ਹੈ ਲੈਂਬਡਾ phi xy। ਅਸੀਂ ਇਸ ਵਿਚਾਰ ਨੂੰ ਕਈ ਕੰਸਟਰੇਂਟ ਲਈ ਵੀ ਵਧਾ ਸਕਦੇ ਹਾਂ। ਜੇਕਰ ਉਦਾਹਰਨ ਲਈ ਸਾਡੇ ਕੋਲ ਦੋ ਕੰਸਟਰੇਂਟ ਹਨ phi 1 xy ਬਰਾਬਰ ਹੈ 0 phi 2 xy ਬਰਾਬਰ ਹੈ 0।
ਤਾਂ ਅਸੀਂ ਹੋਰ ਵਧੇਰੇ ਲੈਂਬਡਾ ਤੇ ਚਰਚਾ ਕਰਾਂਗੇ। ਲੈਂਬਡਾ 1 ਫਾਈ 1 xy ਅਤੇ ਫਿਰ ਪਲੱਸ ਲੈਂਬਡਾ 2 ਫਾਈ 2 xy ਅਤੇ ਫਿਰ ਸਾਨੂੰ ਇਹਨਾਂ ਲੋੜੀਂਦੀਆਂ ਕੰਡੀਸ਼ਨਾਂ ਤੇ ਚਰਚਾ ਕਰਨੀ ਪਵੇਗੀ। ਇਸ ਲਈ ਇੱਥੇ 2 ਲੈਂਬਡਾ ਹੋਣਗੇ ਇੱਥੇ ਵਿਦ ਰਿਸਪੈਕਟ ਟੂ ਲੈਂਬਡਾ ਇੱਕ ਹੋਰ ਇਕੁਏਸ਼ਨ ਆਵੇਗੀ ਇੱਕ ਇੱਥੇ ਵਿਦ ਰਿਸਪੈਕਟ ਟੂ ਲੈਂਬਡਾ 2 ਉੱਥੇ। ਇਸ ਲਈ ਉੱਥੇ ਇੱਕ ਹੋਰ ਕੰਸਟਰੇਂਟ ਆਵੇਗਾ ਅਤੇ ਫਿਰ ਕੁਝ ਹੋਰ ਟਰਮਜ਼ ਆਣਗੀਆਂ। ਫਿਰ ਵੀ ਅਸੀਂ ਇਸ ਕੰਸਟਰੇਂਟ ਲਈ ਚਰਚਾ ਕਰਦੇ ਹਾਂ ਅਤੇ ਇੱਥੇ ਇਹ ਟਿੱਪਣੀ ਕਰਦੇ ਹਾਂ ਕਿ ਲੈਗਰੇਂਜ ਮਲਟੀਪਲਾਇਰ ਦੇ ਇਸ ਮੈਥਡ ਦਾ ਉਪਯੋਗ ਕਰਕੇ ਅਸੀਂ ਸਟੇਸ਼ਨਰੀ ਪੁਆਇੰਟ ਪ੍ਰਾਪਤ ਕਰਾਂਗੇ ਜਾਂ ਫਿਰ ਅਸੀਂ ਕੈਂਡੀਡੇਟਸ ਨੂੰ ਇੱਕ ਐਕਸਟਰੀਮਾ ਲਈ ਕਾਲ ਕਰਾਂਗੇ। ਇਹ ਐਕਸਟਰੀਮਾ ਲਈ ਕੈਂਡੀਡੇਟ ਹੋਣਗੇ। ਅਸੀਂ ਇਸ ਪੁਆਇੰਟ ਦੇ ਵਿਵਹਾਰ ਨੂੰ ਕੰਪਿਊਟ ਨਹੀਂ ਕਰਾਂਗੇ ਕਿ ਇਹ ਲੋਕਲ ਐਕਸ ਹੈ, ਲੋਕਲ ਮਿਨੀਮਮ ਹੈ ਜਾਂ ਲੋਕਲ ਮੈਕਸਿਮਮ ਦਾ ਇੱਕ ਪੁਆਇੰਟ ਹੈ। ਅਸੀਂ ਸਟੇਸ਼ਨਰੀ ਪੁਆਇੰਟ ਦੇ ਵਿਵਹਾਰ ਦਾ ਨਿਰਧਾਰਨ ਨਹੀਂ ਕਰਦੇ ਹਾਂ। ਜ਼ਿਆਦਾਤਰ ਪ੍ਰੋਬਲਮ ਵਿੱਚ ਅਸੀਂ ਆਮ ਤੌਰ ਤੇ ਮੈਕਸਿਮਮ ਅਤੇ ਮਿਨੀਮਮ ਖੋਜਣ ਵਿੱਚ ਦਿਲਚਸਪੀ ਰੱਖਦੇ ਹਾਂ। ਇਸ ਲਈ ਦਿੱਤੇ ਗਏ ਕੰਸਟਰੇਂਟ ਦੇ ਤਹਿਤ ਫੰਕਸ਼ਨ ਦੀ ਗਲੋਬਲ ਮੈਕਸਿਮਮ ਮਿਨੀਮਮ ਵੈਲਿਊ। ਅੱਜ ਇਸ ਲੈਕਚਰ ਵਿੱਚ ਜਾਂ ਇਸ ਲੈਗਰੇਂਜ ਮਲਟੀਪਲਾਇਰ ਦੁਆਰਾ ਅਸੀਂ ਮੂਲ ਰੂਪ ਵਿੱਚ ਸਾਰੇ ਕੈਂਡੀਡੇਟਸ ਨੂੰ ਪ੍ਰੋਬਲਮ ਦੇ ਕ੍ਰਿਟੀਕਲ ਪੁਆਇੰਟ ਕਹਿੰਦੇ ਹਾਂ ਜਿੱਥੇ ਕਿ ਮੈਕਸਿਮਮ ਜਾਂ ਮਿਨੀਮਮ ਹੋ ਸਕਦਾ ਹੈ। ਅਸੀਂ ਇਹਨਾਂ ਸਾਰੇ ਕ੍ਰਿਟੀਕਲ ਪੁਆਇੰਟਾਂ ਨੂੰ ਲੱਭਾਂਗੇ ਅਤੇ ਇਹਨਾਂ ਸਾਰੇ ਪੁਆਇੰਟਾਂ ਤੇ ਫੰਕਸ਼ਨ ਦੀ ਵੈਲਿਊ ਪ੍ਰਾਪਤ ਕਰਾਂਗੇ ਅਤੇ ਫਿਰ ਅਸੀਂ ਇਹ ਪਛਾਣ ਸਕਦੇ ਹਾਂ ਕਿ ਕਿਹੜਾ ਪੁਆਇੰਟ ਆਫ ਮੈਕਸਿਮਮ ਜਾਂ ਗਲੋਬਲ ਮੈਕਸਿਮਮ ਜਾਂ ਫਿਰ ਗਲੋਬਲ ਮਿਨੀਮਮ ਦਾ ਪੁਆਇੰਟ ਹੈ। ਇਸ ਲਈ ਆਮ ਤੌਰ ਤੇ ਕੁਝ ਕੈਂਡੀਡੇਟ ਹੁੰਦੇ ਹਨ ਜੋ ਕਿ ਕ੍ਰਿਟੀਕਲ ਪੁਆਇੰਟ ਹੁੰਦੇ ਹਨ ਅਤੇ ਅਸੀਂ ਉਹਨਾਂ ਸਾਰਿਆਂ ਤੇ f ਦਾ ਮੁਲਾਂਕਣ ਕਰ ਸਕਦੇ ਹਾਂ ਅਤੇ ਸਭ ਤੋਂ ਵੱਡੀਆਂ ਅਤੇ ਸਭ ਤੋਂ ਛੋਟੀਆਂ ਵੈਲਿਊਜ਼ ਨੂੰ ਚੁਣ ਸਕਦੇ ਹਾਂ ਅਤੇ ਇਸ ਲਈ ਕਿਸੇ ਹੋਰ ਟੈਸਟ ਦੀ ਲੋੜ ਨਹੀਂ ਹੈ। ਜੇਕਰ ਅਸੀਂ ਸਿਰਫ ਐਬਸੋਲਿਊਟ ਮੈਕਸਿਮਮ ਅਤੇ ਮਿਨੀਮਮ ਖੋਜਣਾ ਚਾਹੁੰਦੇ ਹਾਂ ਤਾਂ ਸਾਡਾ ਟੀਚਾ ਸਿਰਫ ਹੁਣ ਐਬਸੋਲਿਊਟ ਮੈਕਸਿਮਮ ਅਤੇ ਮਿਨੀਮਮ ਨੂੰ ਖੋਜਣ ਦਾ ਹੈ ਅਤੇ ਇਸ ਲਈ ਸਾਨੂੰ ਇਹ ਕੰਪਿਊਟ ਕਰਨ ਲਈ ਕਿਸੇ ਹੋਰ ਟੈਸਟ ਦੀ ਲੋੜ ਨਹੀਂ ਹੈ ਕਿ ਇਹ ਪੁਆਇੰਟ ਲੋਕਲ ਮੈਕਸਿਮਮ ਮਿਨੀਮਮ ਜਾਂ ਸੈਡਲ ਪੁਆਇੰਟ ਹੈ ਜਾਂ ਨਹੀਂ। ਪਰ ਇਸ ਦੀ ਬਜਾਏ ਅਸੀਂ ਉਸ ਦਿੱਤੇ ਗਏ ਕੰਸਟਰੇਂਟ ਦੇ ਤਹਿਤ ਪ੍ਰੋਬਲਮ ਦੇ ਸਿਰਫ ਗਲੋਬਲ ਮੈਕਸਿਮਮ ਮਿਨੀਮਮ ਦੀ ਤਲਾਸ਼ ਕਰਾਂਗੇ। ਆਓ ਇਸ ਲਈ ਅਸੀਂ ਉਦਾਹਰਨ ਲਈ ਅੱਗੇ ਵਧੀਏ। ਸਾਡੇ ਕੋਲ ਇਸ ਰੀਜਨ ਵਿੱਚ ਇਸ ਫੰਕਸ਼ਨ ਦਾ ਮੈਕਸਿਮਮ ਮਿਨੀਮਮ x ਸਕੁਏਅਰ ਮਾਈਨਸ y ਸਕੁਏਅਰ ਮਾਈਨਸ 2x ਹੈ। x ਸਕੁਏਅਰ ਪਲੱਸ y ਸਕੁਏਅਰ 1 ਦੇ ਬਰਾਬਰ ਜਾਂ ਇਸ ਤੋਂ ਘੱਟ ਹੈ ਤਾਂ ਇਹ ਕੰਸਟਰੇਂਟ ਹੈ ਕਿ ਅਸੀਂ ਇਸ ਫੰਕਸ਼ਨ ਦਾ ਮੈਕਸਿਮਮ ਮਿਨੀਮਮ ਖੋਜਣਾ ਚਾਹੁੰਦੇ ਹਾਂ। x ਸਕੁਏਅਰ ਮਾਈਨਸ y ਸਕੁਏਅਰ ਮਾਈਨਸ 2x। ਇਸ ਕੰਸਟਰੇਂਟ ਦੇ ਤਹਿਤ ਕਿ xy ਸਿਰਫ x ਸਕੁਏਅਰ ਪਲੱਸ y ਸਕੁਏਅਰ ਜੋ 1 ਤੋਂ ਘੱਟ ਹੈ ਨੂੰ ਸੰਤੁਸ਼ਟ ਕਰਦਾ ਹੈ ਤਾਂ ਅਸੀਂ ਇੱਥੇ ਇਸ ਸਰਕਲ ਸਮੇਤ ਬਾਉਂਡਰੀਆਂ ਸਮੇਤ ਡਿਸਕ ਬਾਰੇ ਚਰਚਾ ਕਰ ਰਹੇ ਹਾਂ। ਇਸ ਲਈ xy ਸਿਰਫ ਇਸੇ ਡੋਮੇਨ ਦੇ ਅੰਦਰ ਰਿਸਟ੍ਰਿਕਟਡ ਹਨ। ਇਸ ਲਈ xy ਤੇ ਇਹ ਇੱਕ ਰਿਸਟ੍ਰਿਕਸ਼ਨ ਹੈ ਕਿ ਇਹ ਇੱਕ ਕੰਸਟਰੇਂਟ ਦੀ ਪ੍ਰੋਬਲਮ ਹੈ। ਅਤੇ ਹੁਣ ਅਸੀਂ ਦੋ ਤਰ੍ਹਾਂ ਨਾਲ ਇਸ ਦਾ ਸਮਾਧਾਨ ਕਰਾਂਗੇ। ਇਸ ਲਈ ਇਹਨਾਂ ਸਾਰੀਆਂ ਪ੍ਰੋਬਲਮਸ ਵਿੱਚ ਜਦੋਂ ਸਾਡੇ ਕੋਲ ਅਜਿਹਾ ਕੋਈ ਕਾਰਨ ਦਿੱਤਾ ਜਾਂਦਾ ਹੈ ਤਾਂ ਇਹ ਬਾਉਂਡਰੀ ਹੁੰਦੀ ਹੈ x ਸਕੁਏਅਰ ਪਲੱਸ y ਸਕੁਏਅਰ ਬਰਾਬਰ ਹੈ 1। ਅਸੀਂ ਇਸ ਨੂੰ ਦੋ ਪ੍ਰੋਬਲਮਸ ਵਿੱਚ ਤੋੜ ਲਵਾਂਗੇ। ਇਸ ਲਈ ਅਸੀਂ ਇਸ ਡੋਮੇਨ ਦੇ ਅੰਦਰ ਪ੍ਰੋਬਲਮ x ਸਕੁਏਅਰ ਮਾਈਨਸ y ਸਕੁਏਅਰ ਮਾਈਨਸ 2x ਦੇ ਮੈਕਸਿਮਮ ਜਾਂ ਕ੍ਰਿਟੀਕਲ ਪੁਆਇੰਟ ਖੋਜਾਂਗੇ ਅਤੇ ਫਿਰ ਬਾਉਂਡਰੀਜ਼ ਤੇ ਜਿਸ ਦਾ ਅਰਥ ਹੈ ਕਿ ਰਿਸਟ੍ਰਿਕਸ਼ਨ ਦੇ ਨਾਲ x ਸਕੁਏਅਰ ਪਲੱਸ y ਸਕੁਏਅਰ ਪੂਰੀ ਤਰ੍ਹਾਂ 1 ਦੇ ਬਰਾਬਰ ਹੈ। ਅਤੇ ਇਹ ਉਹ ਪ੍ਰੋਬਲਮ ਹੋਵੇਗੀ ਜਿਸ ਤੇ ਕਿ ਅਸੀਂ ਚਰਚਾ ਕੀਤੀ ਹੈ ਕਿ ਲੈਗਰੇਂਜ ਮਲਟੀਪਲਾਇਰ ਦਾ ਉਪਯੋਗ ਕਰਦੇ ਹੋਏ ਅਸੀਂ ਪ੍ਰਾਪਤ ਕਰਾਂਗੇ। ਜਦੋਂ ਅਸੀਂ ਇਸ ਡੋਮੇਨ ਦੇ ਅੰਦਰ ਗੱਲ ਕਰ ਰਹੇ ਹਾਂ ਜਿਸ ਦਾ ਅਰਥ ਇਹ ਹੈ ਕਿ ਇਹ x ਸਕੁਏਅਰ ਪਲੱਸ y ਸਕੁਏਅਰ ਪੂਰੀ ਤਰ੍ਹਾਂ 1 ਤੋਂ ਘੱਟ ਹੈ। ਸਾਡੀ ਡੋਮੇਨ ਇੱਥੇ ਖੁੱਲੀ ਹੈ ਅਤੇ ਅਸੀਂ ਉਸ ਵਿਚਾਰ ਨੂੰ ਲਾਗੂ ਕਰਾਂਗੇ ਜਿਸ ਤੇ ਪਿਛਲੇ ਲੈਕਚਰ ਵਿੱਚ ਪਹਿਲਾਂ ਹੀ ਚਰਚਾ ਕੀਤੀ ਗਈ ਹੈ ਕਿ ਅਸੀਂ ਸਿੱਧਾ ਕ੍ਰਿਟੀਕਲ ਪੁਆਇੰਟ ਪ੍ਰਾਪਤ ਕਰਾਂਗੇ। ਅਤੇ ਫਿਰ ਅਸੀਂ ਦੇਖਾਂਗੇ ਕਿ ਜੇਕਰ ਕੁਝ ਕ੍ਰਿਟੀਕਲ ਪੁਆਇੰਟ ਇਸ ਰੀਜਨ ਵਿੱਚ ਆਉਂਦੇ ਹਨ ਤਾਂ ਅਸੀਂ ਇਹਨਾਂ ਨੂੰ ਉਹਨਾਂ ਪੁਆਇੰਟਾਂ ਤੇ f ਦੇ ਹੋਰ ਮੁਲਾਂਕਣ ਲਈ ਲਵਾਂਗੇ। ਜੇਕਰ ਕ੍ਰਿਟੀਕਲ ਪੁਆਇੰਟ ਉਸ ਡੋਮੇਨ ਵਿੱਚ ਨਹੀਂ ਆਉਂਦੇ ਹਨ ਜਾਂ ਉਹ ਡੋਮੇਨ ਤੋਂ ਬਾਹਰ ਹਨ ਤਾਂ ਅਸੀਂ ਉਹਨਾਂ ਨੂੰ ਛੱਡ ਸਕਦੇ ਹਾਂ। ਕਿਉਂਕਿ ਇਹ ਸਾਡੀ ਰੁਚੀ ਵਿੱਚ ਨਹੀਂ ਹੈ। ਇਸ ਪ੍ਰੋਬਲਮ ਨੂੰ ਦੋ ਭਾਗਾਂ ਵਿੱਚ ਲਿਆ ਜਾਂਦਾ ਹੈ। ਇੱਕ ਹੈ ਡੋਮੇਨ ਦੇ ਅੰਦਰ ਕ੍ਰਿਟੀਕਲ ਪੁਆਇੰਟਾਂ ਜਾਂ ਲੋਕਲ ਐਕਸਟਰੀਮਾ ਮਿਨੀਮਾ ਲਈ ਕੈਂਡੀਡੇਟਸ ਨੂੰ ਲੱਭਣਾ। ਇਸ ਲਈ x ਸਕੁਏਅਰ ਪਲੱਸ y ਸਕੁਏਅਰ 1 ਤੋਂ ਘੱਟ ਹੈ। ਅਤੇ ਇੱਕ ਪ੍ਰੋਬਲਮ ਇਹ ਹੋਵੇਗੀ ਕਿ ਇਸ ਬਾਉਂਡਰੀ ਤੇ ਮੈਕਸਿਮਾ ਮਿਨੀਮਾ ਲਈ ਕੈਂਡੀਡੇਟਸ ਨੂੰ ਲੱਭਣਾ। ਤਾਂ ਚਲੋ ਪਹਿਲਾਂ ਇੰਟੀਰੀਅਰ ਲਈ ਡੋਮੇਨ ਦੇ ਅੰਦਰ ਜਾਂਦੇ ਹਾਂ ਜਿਸ ਦਾ
ਅਰਥ ਇਹ ਹੈ ਕਿ x ਸਕੁਏਰ ਪਲਸ y ਸਕੁਏਰ 1 ਤੋਂ ਘੱਟ ਹੈ। ਇੱਥੇ ਸਾਨੂੰ ਕਿਸੇ ਹੋਰ ਵਿਚਾਰ ਦਾ ਉਪਯੋਗ ਕਰਨ ਦੀ ਲੋੜ ਨਹੀਂ ਹੈ। ਫਿਰ ਉਹ ਪਿਛਲਾ ਲੈਕਚਰ ਜਿਸ ਤੇ ਪਹਿਲਾਂ ਹੀ ਚਰਚਾ ਕੀਤੀ ਗਈ ਹੈ। ਇਸ ਲਈ ਸਾਡੇ ਕੋਲ fxy ਬਰਾਬਰ ਹੈ x ਸਕੁਏਰ ਮਾਈਨਸ y ਸਕੁਏਰ ਅਤੇ ਮਾਈਨਸ 2x ਅਤੇ ਨਾਲ ਹੀ ਇੱਥੇ ਸਾਨੂੰ fx ਪ੍ਰਾਪਤ ਹੋਵੇਗਾ ਜੋ ਕਿ ਸਾਨੂੰ 2x ਮਾਈਨਸ 2 ਬਰਾਬਰ ਹੈ 0 ਦੇਵੇਗਾ। ਇਸ ਲਈ x ਬਰਾਬਰ ਹੈ 1 ਦੇ ਅਤੇ ਅਸੀਂ ਇਸ fy ਨੂੰ 0 ਤੇ ਸੈੱਟ ਕੀਤਾ ਹੋਇਆ ਹੈ। ਸਾਡੇ ਕੋਲ 2y ਬਰਾਬਰ ਹੈ 0 ਹੈ ਜਿਸ ਦਾ ਅਰਥ ਇਹ ਹੈ ਕਿ y ਬਰਾਬਰ ਹੈ 0 ਦੇ। ਇਸ ਲਈ ਅਸੀਂ ਇਸ fxy ਲਈ ਜੋ ਇੱਕੋ ਇੱਕ ਕ੍ਰਿਟੀਕਲ ਪੁਆਇੰਟ ਲੱਭ ਰਹੇ ਹਾਂ ਉਹ 0 ਅਤੇ 1 ਅਤੇ 0 ਦੇ ਬਰਾਬਰ ਹੈ, ਪਰ ਇਹ ਅਤੇ 0 ਪੁਆਇੰਟ ਸਾਡੇ ਇੰਟੀਰੀਅਰ ਵਿੱਚ ਨਹੀਂ ਆਉਂਦਾ ਹੈ। ਇੱਥੇ ਅਸਲੀਅਤ ਵਿੱਚ ਬਾਉਂਡਰੀ ਤੇ ਉਹ ਪੁਆਇੰਟ ਹੈ, ਪਰ ਉਸ ਤੇ ਸਵੈਚਾਲਿਤ ਰੂਪ ਵਿੱਚ ਧਿਆਨ ਦਿੱਤਾ ਗਿਆ ਜਾਵੇਗਾ ਜਦੋਂ ਅਸੀਂ ਅਗਲੀ ਸਲਾਈਡ ਵਿੱਚ ਬਾਉਂਡਰੀ ਤੇ ਕੰਸੀਡਰ ਕਰਾਂਗੇ। ਇਸ ਲਈ ਇੱਥੇ ਇਸ ਇੰਟੀਰੀਅਰ ਦੇ ਅੰਦਰ ਕੋਈ ਕ੍ਰਿਟੀਕਲ ਪੁਆਇੰਟ ਨਹੀਂ ਹੈ। ਇੱਥੇ ਇਹ ਇੰਟੀਰੀਅਰ ਤੋਂ ਬਾਹਰ ਹੈ ਜਾਂ ਫਿਰ ਇਸ ਮਾਮਲੇ ਵਿੱਚ ਇਹ ਠੀਕ ਬਾਉਂਡਰੀ ਤੇ ਹੈ। ਇਹ ਪੁਆਇੰਟ ਉਸ ਡੋਮੇਨ ਤੋਂ ਬਿਲਕੁਲ ਬਾਹਰ ਹੋ ਸਕਦਾ ਹੈ ਜਿਸ ਤੇ ਕਿ ਅਸੀਂ ਕੰਸੀਡਰ ਕਰ ਰਹੇ ਹਾਂ। ਇਸ ਲਈ ਕਿਸੇ ਵੀ ਸਥਿਤੀ ਵਿੱਚ ਤੁਸੀਂ ਇਸ ਪੁਆਇੰਟ ਨੂੰ ਹਾਲੇ ਕੰਸੀਡਰ ਨਹੀਂ ਕਰੋਗੇ। ਇਸ ਸਭ ਪ੍ਰੋਬਲਮ ਵਿੱਚ ਜੋ ਸਾਡੇ ਕੋਲ ਹੈ, ਅਸੀਂ ਡੋਮੇਨ ਦੇ ਇੰਟੀਰੀਅਰ ਵਿੱਚ ਇਸ ਐਕਸਟਰੀਮਾ ਦੀ ਤਲਾਸ਼ ਕਰ ਰਹੇ ਹਾਂ। ਇਸ ਲਈ ਇਹ ਨਿਸ਼ਚਿਤ ਰੂਪ ਵਿੱਚ ਇੱਕ ਪੁਆਇੰਟ ਹੈ ਕਿਉਂਕਿ ਇਹ ਬਾਉਂਡਰੀ ਤੇ ਪੈਂਦਾ ਹੈ, ਪਰ ਇਹ ਸਵੈਚਾਲਿਤ ਰੂਪ ਵਿੱਚ ਪ੍ਰੋਬਲਮ ਵਿੱਚ ਆ ਜਾਵੇਗਾ ਅਤੇ ਅਸੀਂ ਚਰਚਾ ਕਰਾਂਗੇ ਜਦੋਂ ਅਸੀਂ ਬਾਉਂਡਰੀਜ਼ ਤੇ ਕ੍ਰਿਟੀਕਲ ਪੁਆਇੰਟਾਂ ਨੂੰ ਲੱਭਦੇ ਹਾਂ। ਤਾਂ ਅਗਲੀ ਪ੍ਰੋਬਲਮ ਇਹ ਹੋਵੇਗੀ ਕਿ ਅਸੀਂ ਹੁਣ ਬਾਉਂਡਰੀ ਤੇ ਲੋਕਲ ਐਕਸਟਰੀਮਾ ਦੀ ਤਲਾਸ਼ ਕਰਾਂਗੇ x ਸਕੁਏਰ ਪਲਸ y ਸਕੁਏਰ ਬਰਾਬਰ ਹੈ 1 ਦੇ। ਤਾਂ ਪ੍ਰੋਬਲਮ ਇਸ ਕੰਡੀਸ਼ਨ ਦੇ ਅਧੀਨ ਮੈਕਸਿਮਾ ਮਿਨੀਮਾ ਨੂੰ ਖੋਜਣ ਦੀ ਹੈ ਅਤੇ ਇਹੀ ਉਹ ਪ੍ਰੋਬਲਮ ਹੈ ਜਿਸ ਨੂੰ ਅਸੀਂ ਲੈਗਰੇਂਜ ਮਲਟੀਪਲਾਇਰ ਦਾ ਉਪਯੋਗ ਕਰਦੇ ਹੋਏ ਹੱਲ ਕਰ ਰਹੇ ਸੀ, ਕਿਉਂਕਿ ਇੱਥੇ ਬਿਲਕੁਲ ਇਹੀ ਕੰਸਟਰੇਂਟ ਹੈ x ਸਕੁਏਰ ਪਲਸ y ਸਕੁਏਰ 1 ਦੇ ਬਰਾਬਰ ਹੈ ਅਤੇ ਇਸ ਲਈ ਸਾਨੂੰ ਔਗਜ਼ਿਲਰੀ ਫੰਕਸ਼ਨ ਨੂੰ ਪਰਿਭਾਸ਼ਿਤ ਕਰਨਾ ਪਵੇਗਾ ਤਾਂ ਜੋ ਇਹ ਫੰਕਸ਼ਨ ਖੁਦ x ਸਕੁਏਰ ਮਾਈਨਸ y ਸਕੁਏਰ ਮਾਈਨਸ 2 ਪਲਸ ਇਹ ਲੈਂਬਡਾ ਟਾਈਮਸ ਇਹ ਕੰਸਟਰੇਂਟ x ਸਕੁਏਰ ਪਲਸ y ਸਕੁਏਰ ਮਾਈਨਸ 1 ਹੋਵੇ। ਤਾਂ ਸਾਨੂੰ ਕ੍ਰਿਟੀਕਲ ਪੁਆਇੰਟ ਮਿਲਣਗੇ fx ਬਰਾਬਰ ਹੈ 0 ਜੋ ਕਿ 2x ਅਤੇ ਮਾਈਨਸ 2 ਪਲਸ ਇਹ 2x ਹੋਵੇਗਾ। ਤਾਂ ਅਸੀਂ ਸਰਲੀਕਰਨ ਕਰ ਸਕਦੇ ਹਾਂ। ਇਸ ਲਈ x ਅਤੇ 1 ਪਲਸ ਲੈਂਬਡਾ 1 ਦੇ ਬਰਾਬਰ ਹੈ। ਬਸ ਇੱਥੇ ਫਿਰ ਤੋਂ ਦੇਖਣ ਲਈ ਕਿ ਸਾਨੂੰ ਵਿਦ ਰਿਸਪੈਕਟ ਟੂ x ਕੀ ਮਿਲਦਾ ਹੈ, ਅਸੀਂ 2x ਪ੍ਰਾਪਤ ਕਰਦੇ ਹਾਂ ਅਤੇ ਅਸੀਂ ਇੱਥੇ 2 ਪਲਸ ਇਹ ਲੈਂਬਡਾ 2x ਬਰਾਬਰ ਹੈ 0 ਪ੍ਰਾਪਤ ਕਰਦੇ ਹਾਂ। ਅਸੀਂ ਇਸ ਨੂੰ ਸੈੱਟ ਕਰਨਾ ਚਾਹੁੰਦੇ ਹਾਂ, ਇਸ ਲਈ ਇਹ 2 ਹਰੇਕ ਥਾਂ ਤੋਂ ਕੈਂਸਲ ਹੋ ਜਾਵੇਗਾ ਅਤੇ ਸਾਡੇ ਕੋਲ ਇਹ x ਅਤੇ ਪਲਸ ਇਹ ਲੈਂਬਡਾ x ਹੋਵੇਗਾ। ਇਸ ਲਈ x ਨੂੰ ਅਸੀਂ ਇੱਥੇ ਕਾਮਨ ਲੈ ਸਕਦੇ ਹਾਂ। ਤਾਂ ਸਾਡੇ ਕੋਲ 1 ਪਲਸ ਲੈਂਬਡਾ ਹੈ ਅਤੇ ਫਿਰ ਇਹ 1 ਅਤੇ ਇਹ ਮਾਈਨਸ 1 ਦੂਜੇ ਪਾਸੇ ਪਲਸ 1 ਤੇ ਜਾਵੇਗਾ ਅਤੇ ਇਹ x 1 ਪਲਸ ਲੈਂਬਡਾ ਬਰਾਬਰ ਹੈ 1 ਅਤੇ ਫਿਰ fy ਬਰਾਬਰ ਹੈ 0 ਦੇ। ਇਸ ਲਈ ਹੁਣ ਸਾਨੂੰ ਲੈਂਬਡਾ ਅਤੇ x ਨੂੰ ਕੋਨਸਟੈਂਟ ਵਜੋਂ ਮੰਨਦੇ ਹੋਏ ਵਿਦ ਰਿਸਪੈਕਟ ਟੂ y ਇਸ ਨੂੰ ਡਿਫਰੈਂਸ਼ੀਏਟ ਕਰਨਾ ਪਵੇਗਾ। ਅਸੀਂ ਹੋਰ ਪੁਆਇੰਟ ਤੇ y ਅਤੇ ਲੈਂਬਡਾ ਮਾਈਨਸ 1 ਬਰਾਬਰ ਹੈ 0 ਦੇ ਪ੍ਰਾਪਤ ਕਰਾਂਗੇ। ਇਸ ਲਈ ਵਿਦ ਰਿਸਪੈਕਟ ਟੂ ਲੈਂਬਡਾ ਜਦੋਂ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਸਾਨੂੰ ਸਾਡਾ ਕੰਸਟਰੇਂਟ ਮਿਲ ਜਾਵੇਗਾ। ਇਸ ਲਈ ਇਹ x ਸਕੁਏਰ ਪਲਸ y ਸਕੁਏਰ ਬਰਾਬਰ ਹੈ। ਹੁਣ ਸਾਨੂੰ ਪੁਆਇੰਟ ਅਤੇ ਕ੍ਰਿਟੀਕਲ ਪੁਆਇੰਟ ਪ੍ਰਾਪਤ ਕਰਨ ਲਈ ਇਹਨਾਂ ਤਿੰਨਾਂ ਇਕੁਏਸ਼ਨਾਂ ਨੂੰ ਹੱਲ ਕਰਨਾ ਪਵੇਗਾ ਅਤੇ ਉਹ ਪੁਆਇੰਟਸ ਪ੍ਰੋਬਲਮ ਦੇ ਲੋਕਲ ਲਈ ਮੈਕਸਿਮਮ ਲਈ ਜਾਂ ਫਿਰ ਮਿਨੀਮਮ ਲਈ ਕੈਂਡੀਡੇਟ ਹੋਣਗੇ। ਇਸ ਲਈ ਸਾਡੇ ਕੋਲ ਇਹ 3 ਕੰਡੀਸ਼ਨਜ਼ ਹਨ। ਇਸ ਲਈ ਇਹ ਤਿੰਨੋਂ ਇਕੁਏਸ਼ਨਾਂ ਜਿਨ੍ਹਾਂ ਨੂੰ ਕਿ ਅਸੀਂ ਹੁਣ ਹੱਲ ਕਰਨਾ ਚਾਹੁੰਦੇ ਹਾਂ। ਆਓ ਇੱਕ ਵਿਚਕਾਰਲੀ ਇਕੁਏਸ਼ਨ ਤੋਂ ਸ਼ੁਰੂ ਕਰਦੇ ਹਾਂ। ਇਸ ਲਈ ਇਹ ਸੰਤੁਸ਼ਟ ਹੁੰਦੀ ਹੈ ਜਦੋਂ ਲੈਂਬਡਾ ਬਰਾਬਰ ਹੈ 1 ਦੇ ਜਾਂ ਫਿਰ ਇਹ y ਬਰਾਬਰ ਹੈ 0 ਦੇ ਜਾਂ ਦੋਨੋਂ। ਇੱਥੇ ਜੇਕਰ ਅਸੀਂ ਇਹ ਕੰਸੀਡਰ ਕਰਦੇ ਹਾਂ ਕਿ y ਬਰਾਬਰ ਹੈ 0 ਪਹਿਲੇ ਦੇ, ਤਾਂ ਆਓ ਇਹ ਕੰਸੀਡਰ ਕਰੀਏ ਕਿ y ਬਰਾਬਰ ਹੈ 0 ਦੇ। ਇਸ ਲਈ ਇਹ ਇਕੁਏਸ਼ਨ ਸੰਤੁਸ਼ਟ ਹੈ। ਹੁਣ ਇਸ y ਬਰਾਬਰ ਹੈ 0 ਲਈ ਇਸ ਤੀਸਰੀ ਇਕੁਏਸ਼ਨ ਤੋਂ ਜਦੋਂ ਅਸੀਂ y ਨੂੰ 0 ਦੇ ਬਰਾਬਰ ਸੈੱਟ ਕਰਦੇ ਹਾਂ ਤਾਂ ਇੱਥੇ ਸਾਡੇ ਕੋਲ x ਸਕੁਏਰ ਬਰਾਬਰ ਹੈ 1 ਪ੍ਰਾਪਤ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ x ਬਰਾਬਰ ਹੈ ਪਲਸ ਮਾਈਨਸ 1 ਦੇ। ਇਹ ਇਕੁਏਸ਼ਨ ਵੀ ਸੰਤੁਸ਼ਟ ਹੁੰਦੀ ਹੈ। ਇਸ ਲਈ ਜੇਕਰ y ਬਰਾਬਰ ਹੈ 0 ਦੇ ਅਤੇ x ਬਰਾਬਰ ਹੈ ਪਲਸ ਮਾਈਨਸ 1 ਦੇ ਤਾਂ ਇਹ ਦੋ ਇਕੁਏਸ਼ਨਾਂ ਸੰਤੁਸ਼ਟ ਹੁੰਦੀਆਂ ਹਨ। ਹੁਣ ਖੱਬੇ ਪਾਸੇ ਵੱਲੋਂ ਇਸ x ਨੂੰ ਪਲਸ ਮਾਈਨਸ 1 ਦੇ ਬਰਾਬਰ ਲੈਂਦੇ ਹੋਏ, ਇਸ ਲਈ ਜੇਕਰ x ਪਲਸ 1 ਹੈ ਅਤੇ ਸਾਡੇ ਕੋਲ 1 ਪਲਸ ਇਹ ਲੈਂਬਡਾ ਬਰਾਬਰ ਹੈ 1 ਦੇ, ਇਸ ਲਈ ਇਸ ਮਾਮਲੇ ਵਿੱਚ ਇਹ ਲੈਂਬਡਾ ਹੋਵੇਗਾ। ਅਤੇ ਜਦੋਂ ਸਾਡੇ ਕੋਲ ਇਹ x ਬਰਾਬਰ ਹੈ 1 ਦੇ ਅਤੇ ਜੇਕਰ ਸਾਡੇ ਕੋਲ ਮਾਈਨਸ 1 ਹੈ ਤਾਂ ਉਸ ਮਾਮਲੇ ਵਿੱਚ ਸਾਡੇ ਕੋਲ ਮਾਈਨਸ ਹੈ ਅਤੇ 1 ਪਲਸ ਲੈਂਬਡਾ ਬਰਾਬਰ ਹੈ 1 ਦੇ। ਇਸ ਲਈ ਇਹ ਲੈਂਬਡਾ
ਇਸ ਮਾਮਲੇ ਵਿੱਚ -2 ਹੋਵੇਗਾ। ਸਾਡੇ ਕੋਲ ਇਸ ਪਹਿਲੀ ਇਕੁਏਸ਼ਨ ਤੋਂ ਲੈਂਬਡਾ 0 ਅਤੇ ਲੈਂਬਡਾ -2 ਹੈ। ਲੈਂਬਡਾ ਬਰਾਬਰ ਹੈ 0, ਲੈਂਬਡਾ ਬਰਾਬਰ ਹੈ 2 ਦੇ। ਤਾਂ ਇੱਥੇ ਸਾਡੇ ਪੁਆਇੰਟਸ ਕਿਹੜੇ ਹਨ? ਪੁਆਇੰਟਸ ਜਿਵੇਂ ਕਿ x ਬਰਾਬਰ ਹੈ 1, y ਬਰਾਬਰ ਹੈ 0 ਅਤੇ ਲੈਂਬਡਾ ਬਰਾਬਰ ਹੈ 0 ਹਨ। ਇਹ ਉਹ ਪੁਆਇੰਟ ਹੈ ਜੋ ਕਿ ਇਹਨਾਂ ਤਿੰਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰਦਾ ਹੈ। ਇੱਥੇ ਸਾਡੇ ਕੋਲ ਦੂਸਰਾ ਪੁਆਇੰਟ -1 ਹੈ, ਸਾਡੇ ਕੋਲ ਉੱਥੇ 0 ਹੈ ਅਤੇ ਸਾਡੇ ਕੋਲ ਉੱਥੇ -2 ਹੈ। ਇਹ ਇੱਕ ਹੋਰ ਪੁਆਇੰਟ ਹੈ ਜੋ ਕਿ ਇਹਨਾਂ ਸਾਰੀਆਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰਦਾ ਹੈ। ਹੁਣ ਇੱਥੋਂ ਦੀ ਸਾਡੇ ਕੋਲ ਇੱਕ ਹੋਰ ਸੰਭਾਵਨਾ ਹੈ ਕਿ ਅਸੀਂ ਲੈਂਬਡਾ ਬਰਾਬਰ ਹੈ 1 ਦੇ ਪ੍ਰਾਪਤ ਕਰਦੇ ਹਾਂ ਜੇਕਰ ਅਸੀਂ ਇੱਥੋਂ ਦੀ ਲੈਂਬਡਾ ਬਰਾਬਰ ਹੈ 1 ਲੈਂਦੇ ਹਾਂ। ਜਦੋਂ ਲੈਂਬਡਾ 1 ਦੇ ਬਰਾਬਰ ਹੁੰਦਾ ਹੈ ਤਾਂ ਅਸੀਂ ਇਸ ਪਹਿਲੀ ਇਕੁਏਸ਼ਨ ਤੋਂ x ਪ੍ਰਾਪਤ ਕਰ ਸਕਦੇ ਹਾਂ। ਜਦੋਂ ਲੈਂਬਡਾ 1 ਦੇ ਬਰਾਬਰ ਹੁੰਦਾ ਹੈ ਤਾਂ ਅਸੀਂ ਇਸ ਇਕੁਏਸ਼ਨ ਨੂੰ ਸੰਤੁਸ਼ਟ ਕਰਨ ਲਈ x ਨੂੰ ਅੱਧੇ ਵਜੋਂ ਪ੍ਰਾਪਤ ਕਰ ਸਕਦਾ ਹਾਂ। ਇਸ ਲਈ ਸਾਡੇ ਕੋਲ x ਅੱਧਾ ਅਤੇ ਲੈਂਬਡਾ 1 ਹੈ ਅਤੇ ਕਿਉਂਕਿ x ਅੱਧਾ ਹੈ ਇਸ ਲਈ ਇੱਥੋਂ ਦੀ ਅਸੀਂ y ਪ੍ਰਾਪਤ ਕਰ ਸਕਦੇ ਹਾਂ। ਇਸ ਲਈ y ਸਕੁਏਅਰ 1-1/4 ਹੈ। ਇਸ ਲਈ ਅਸੀਂ y +-3/2 ਪ੍ਰਾਪਤ ਕਰਦੇ ਹਾਂ। ਅਸੀਂ ਇੱਥੇ ਹੋਰ ਪੁਆਇੰਟਸ ਪ੍ਰਾਪਤ ਕਰਦੇ ਹਾਂ। ਇਸ ਲਈ ਹੁਣ ਸਾਡੇ ਪੁਆਇੰਟਸ ਹਨ ਤਾਂ x ਅੱਧਾ ਅਤੇ ਫਿਰ y। ਆਓ +1+3/2 ਲੈਂਬਡਾ 1 ਲਈਏ। ਇਹ ਉਹ ਪੁਆਇੰਟ ਹੈ ਜੋ ਕਿ ਇਹਨਾਂ ਤਿੰਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰਦਾ ਹੈ ਅਤੇ ਫਿਰ ਸਾਡੇ ਕੋਲ x1/2 ਅਤੇ -3y/2 ਹੈ ਅਤੇ ਸਾਡੇ ਕੋਲ ਫਿਰ ਤੋਂ 1 ਹੈ। ਇਹ ਹੋਰ ਪੁਆਇੰਟ ਹੈ ਜੋ ਕਿ ਇਹਨਾਂ ਸਾਰੀਆਂ ਤਿੰਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰਦਾ ਹੈ ਅਤੇ ਇਹ ਸਾਰੀਆਂ ਸੰਭਾਵਨਾਵਾਂ ਹਨ। ਸਾਡੇ ਕੋਲ ਕੋਈ ਹੋਰ ਸੰਭਾਵਨਾਵਾਂ ਨਹੀਂ ਹਨ ਜੋ ਕਿ ਇਹਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰ ਸਕਣ। ਇਸ ਲਈ ਇਸ ਐਕਸਟ੍ਰੀਮਾ ਲਈ ਕੈਂਡੀਡੇਟ ਨੂੰ ਮੈਂ ਇੱਥੇ ਸਿਰਫ xy ਪੁਆਇੰਟਸ ਦੀ ਟਰਮ ਵਿੱਚ ਲਿਖ ਰਿਹਾ ਹਾਂ ਕਿਉਂਕਿ ਅਸੀਂ xy ਪੁਆਇੰਟ ਤੇ ਫੰਕਸ਼ਨ ਵੈਲਿਊ ਨੂੰ ਕੰਪਿਊਟ ਕਰਾਂਗੇ। ਸਾਨੂੰ ਇੱਥੇ ਲੈਂਬਡਾ ਵਿੱਚ ਰੁਚੀ ਨਹੀਂ ਹੈ। ਇਸ ਲਈ ਹੁਣ ਸਾਡੇ ਕੋਲ ਕੈਂਡੀਡੇਟ ਹਨ 0 ਨਾਲ ਪਲੱਸ ਅਤੇ -1। ਇਸ ਲਈ ਉੱਥੇ ਪਹਿਲੇ ਦੋ ਪੁਆਇੰਟਸ ਅਤੇ ਇਹ ਦੋ ਪੁਆਇੰਟਸ ਪਲੱਸ ਇਹ ਅੱਧਾ ਅਤੇ +-3/2 ਇਹ ਹੁਣ ਐਕਸਟ੍ਰੀਮਾ ਲਈ ਕੈਂਡੀਡੇਟ ਹਨ। ਇਸ ਲਈ ਹੁਣ ਫੰਕਸ਼ਨ ਵੈਲਿਊਜ਼ ਨੂੰ ਅਸੀਂ ਇਸ +- ਤੇ ਕੰਪਿਊਟ ਕਰਾਂਗੇ ਅਤੇ ਇਹ 1/2 ਅਤੇ 1 +-3/2 ਇਹ ਹੁਣ ਸਾਡਾ ਫੰਕਸ਼ਨ ਸੀ ਅਤੇ ਇਹ ਉਹ ਪੁਆਇੰਟਸ ਹਨ 1 0 -1 0 ਅਤੇ ਫਿਰ ਇੱਥੇ y ਨੂੰ +-3/2 ਲਿਆ ਜਾਂਦਾ ਹੈ ਕਿਉਂਕਿ ਇਹ ਉੱਥੇ y ਸਕੁਏਅਰ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਜੇਕਰ ਅਸੀਂ ਇੱਥੇ ਪਲੱਸ ਸਾਈਨ ਲੈਂਦੇ ਹਾਂ ਜਾਂ ਮਾਈਨਸ ਸਾਈਨ ਲੈਂਦੇ ਹਾਂ ਵੈਲਿਊ ਸਮਾਨ ਰਹੇਗੀ। ਇਸ ਲਈ ਇਹਨਾਂ ਪੁਆਇੰਟਸ ਤੇ ਫੰਕਸ਼ਨ ਵੈਲਿਊ ਤਾਂ ਇੱਥੇ 1 0 ਹੈ ਅਤੇ ਫਿਰ ਇਸ ਲਈ -2 +-1 ਇਸ ਲਈ ਇੱਥੇ 1 0 ਪੁਆਇੰਟ ਤੇ ਫੰਕਸ਼ਨ ਵੈਲਿਊ -1 ਹੈ। ਇੱਥੇ ਅਸੀਂ -1 0 ਲੈਂਦੇ ਹਾਂ ਤਾਂ x ਲਈ -1 ਇਸ ਲਈ ਸਾਡੇ ਕੋਲ ਉੱਥੇ 1 ਹੈ ਅਤੇ ਫਿਰ ਇਹ ਹੈ ਅਤੇ ਫਿਰ ਇੱਥੇ ਸਾਡੇ ਕੋਲ 2 ਹੈ ਇਸ ਲਈ ਸਾਡੇ ਕੋਲ 3 ਹੈ ਅਤੇ ਇਸੇ ਤਰ੍ਹਾਂ ਇਸ ਪੁਆਇੰਟ ਤੇ ਜੇਕਰ ਅਸੀਂ ਕੰਪਿਊਟ ਕਰਦੇ ਹਾਂ ਤਾਂ -3/2 ਪ੍ਰਾਪਤ ਕਰਾਂਗੇ। ਇਸ ਲਈ ਇੱਥੇ ਅਸੀਂ ਦੇਖਦੇ ਹਾਂ ਕਿ ਇਸ ਪੁਆਇੰਟ -1 0 ਤੇ ਮੈਕਸਿਮਮ ਵੈਲਿਊ ਪ੍ਰਾਪਤ ਕੀਤੀ ਗਈ ਹੈ ਜੋ ਕਿ ਫੰਕਸ਼ਨ ਦੀ ਵੈਲਿਊ ਵਿੱਚ ਹੈ ਅਤੇ ਇਸ ਪੁਆਇੰਟ ਤੇ 3 ਹੈ। ਇਸ ਲਈ ਫੰਕਸ਼ਨ ਦੀ ਮੈਕਸਿਮਮ ਵੈਲਿਊ 3 ਹੈ ਅਤੇ ਇਹਨਾਂ ਦੋ ਪੁਆਇੰਟਸ ਤੇ ਮਿਨੀਮਮ ਵੈਲਿਊ ਇੱਥੇ ਹੈ। ਫੰਕਸ਼ਨ ਦੀ ਵੈਲਿਊ -3/2 ਹੈ। ਇਸ ਲਈ ਇਸ ਪ੍ਰੋਬਲਮ ਵਿੱਚ ਫਿਰ ਤੋਂ ਇਹ ਸਿੱਟਾ ਕੱਢਣ ਲਈ ਕਿ ਅਸੀਂ ਪ੍ਰੋਬਲਮ ਦੇ ਸਾਰੇ ਕ੍ਰਿਟੀਕਲ ਪੁਆਇੰਟਸ ਨੂੰ ਕੰਪਿਊਟ ਕੀਤਾ ਹੈ ਅਤੇ ਫਿਰ ਅਸੀਂ ਇਹਨਾਂ ਸਾਰੇ ਕ੍ਰਿਟੀਕਲ ਪੁਆਇੰਟਸ ਤੇ ਫੰਕਸ਼ਨ ਵੈਲਿਊ ਦਾ ਮੁਲਾਂਕਣ ਕੀਤਾ ਹੈ ਅਤੇ ਫਿਰ ਅਸੀਂ ਚੁਣਿਆ ਹੈ। ਖੈਰ ਇਹ 3 ਹੈ ਜੋ ਕਿ ਮੈਕਸਿਮਮ ਵੈਲਿਊ ਜੋ ਕਿ -1 0 -3/2 ਤੇ ਪ੍ਰਾਪਤ ਹੁੰਦੀ ਹੈ। ਫੰਕਸ਼ਨ ਦੀ ਮਿਨੀਮਮ ਵੈਲਿਊ ਹੁੰਦੀ ਹੈ ਜੋ ਕਿ ਇਸ ਪੁਆਇੰਟ ਅੱਧਾ +-3/2 ਤੇ ਪ੍ਰਾਪਤ ਹੁੰਦੀ ਹੈ। ਅਗਲੀ ਪ੍ਰੋਬਲਮ ਇਸ ਲਈ ਅਸੀਂ ਇਸ ਫੰਕਸ਼ਨ ਦੀ ਮੈਕਸਿਮਮ ਤੇ ਮਿਨੀਮਮ ਵੈਲਿਊ x² + y² ਅਤੇ ਰੀਜਨ ਵਿੱਚ x-2 ਹੋਲ ਸਕੁਏਅਰ +y-1 ਹੋਲ ਸਕੁਏਅਰ -ਵੀ ਖੋਜਣਾ ਚਾਹੁੰਦੇ ਹਾਂ ਤਾਂ ਕਿ ਸਾਨੂੰ ਸਿਮਿਲਰ ਪ੍ਰੋਬਲਮ ਹੋ ਸਕਦੀ ਹੈ। ਸਾਡੇ ਕੋਲ ਇੱਥੇ ਦਿੱਤਾ ਗਿਆ ਇੱਕ ਰੀਜਨ ਹੈ ਅਤੇ ਇਹ ਫੰਕਸ਼ਨ x² + y² ਹੈ ਤਾਂ ਇਹ ਸਿਮਿਲਰ ਤਰੀਕੇ ਨਾਲ ਵਿਵਹਾਰ ਕਰੇਗਾ। ਅਸੀਂ ਪਹਿਲਾ ਇੰਟੀਰੀਅਰ ਪੁਆਇੰਟ ਵਿੱਚ ਐਕਸਟ੍ਰੀਮਾ ਦੀ ਤਲਾਸ਼ ਕਰਾਂਗੇ ਜਿਸ ਦਾ ਅਰਥ ਇਹ ਹੈ ਕਿ ਜਦੋਂ ਇਹ ਪੂਰੀ ਤਰ੍ਹਾਂ 20 ਤੋਂ ਘੱਟ ਹੋਵੇ ਤਾਂ ਸਾਡੇ ਕੋਲ ਇਹ ਖੁੱਲੀ ਡੋਮੇਨ ਹੈ, ਕੋਈ ਬਾਉਂਡਰੀ ਨਹੀਂ ਹੈ ਅਤੇ ਅਸੀਂ ਇਹ ਕੰਪਿਊਟ ਕਰਾਂਗੇ ਕਿ f(x) 0 ਦੇ ਬਰਾਬਰ ਹੈ ਜੋ ਕਿ ਸਿਰਫ 2x ਬਰਾਬਰ ਹੈ। ਇਸ ਲਈ ਅਸੀਂ ਕੰਪਿਊਟ ਕਰਾਂਗੇ ਕਿ f(y) ਬਰਾਬਰ ਹੈ 0 ਦੇ। ਇਸ ਲਈ ਅਸੀਂ ਇੱਥੇ
ਇਹ ਦੇਖਦੇ ਹਾਂ ਕਿ y 0 ਦੇ ਬਰਾਬਰ ਹੈ, ਇਸ ਲਈ ਇੱਥੇ ਪ੍ਰੋਬਲਮ ਦਾ ਸਾਡਾ ਕ੍ਰਿਟੀਕਲ ਪੁਆਇੰਟ 0 ਹੈ ਜੋ ਕਿ ਇੱਕੋ ਇੱਕ ਅਜਿਹਾ ਪੁਆਇੰਟ ਹੈ ਜੋ ਡੋਮੇਨ ਦੇ ਅੰਦਰ ਪੈਂਦਾ ਹੈ, ਇਸ ਲਈ ਸਾਡੇ ਕੋਲ ਇਹ ਪੁਆਇੰਟ 0 ਡੋਮੇਨ ਵਿੱਚ ਹੀ ਹੈ। ਇਸ ਲਈ ਹੁਣ ਅਸੀਂ ਇਸ ਨੂੰ ਕੰਸੀਡਰ ਕਰਾਂਗੇ ਕਿ ਅਸੀਂ ਫੰਕਸ਼ਨ ਦੀ ਵੈਲਿਊ ਪਤਾ ਲਗਾਵਾਂਗੇ ਅਤੇ ਫਿਰ ਇਹ ਸਾਨੂੰ ਦੱਸੇਗਾ ਕਿ ਫੰਕਸ਼ਨ ਵਿੱਚ ਇਸ ਪੁਆਇੰਟ ਤੇ ਲੋਕਲ ਮਿਨੀਮਮ ਹੈ ਜਾਂ ਮਿਨੀਮਮ ਜਾਂ ਫਿਰ ਗਲੋਬਲ ਮਿਨੀਮਮ ਹੈ ਜਾਂ ਨਹੀਂ। ਇਸ ਲਈ ਬਾਉਂਡਰੀ ਤੇ ਲੋਕਲ ਐਕਸਟ੍ਰੀਮਮ ਹੁਣ ਅਸੀਂ ਬਾਉਂਡਰੀ ਪੁਆਇੰਟਸ ਕੰਸੀਡਰ ਕਰਾਂਗੇ ਕਿ x² x-2 ਹੋਲ ਸਕੁਏਅਰ y-1 ਹੋਲ ਸਕੁਏਅਰ ਹਨ ਅਤੇ ਇਹ 20 ਦੇ ਬਰਾਬਰ ਹੈ ਤਾਂ ਇਸ ਇਕੁਆਲਿਟੀ ਨਾਲ। ਅਤੇ ਹੁਣ ਸਾਨੂੰ ਲੈਗਰੇਂਜ ਮਲਟੀਪਲਾਇਰ ਦੇ ਮੈਥਡ ਦਾ ਉਪਯੋਗ ਕਰਨਾ ਪਵੇਗਾ। ਇਸ ਲਈ ਪ੍ਰੋਬਲਮ ਇਹ ਹੈ ਕਿ ਹੁਣ ਅਸੀਂ ਇਸ ਕੰਸਟਰੇਂਟ ਦੇ ਅਧੀਨ ਇਸ ਫੰਕਸ਼ਨ ਨੂੰ ਮੈਕਸਿਮਮ ਮਿਨੀਮਮ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਲੈਂਬਡਾ ਨੂੰ ਇਸ ਕੰਸਟਰੇਂਟ ਦੇ ਸਾਹਮਣੇ ਰੱਖ ਕੇ ਹਮੇਸ਼ਾ ਦੀ ਤਰ੍ਹਾਂ ਇਸ ਔਗਜ਼ਿਲਰੀ ਫੰਕਸ਼ਨ ਨੂੰ ਪਰਿਭਾਸ਼ਿਤ ਕਰਾਂਗੇ ਅਤੇ ਵਿਦ ਰਿਸਪੈਕਟ ਟੂ xy ਅਤੇ f ਨੂੰ ਪਾਰਸ਼ਲ ਰੂਪ ਵਿੱਚ ਲੈਂਬਡਾ ਨਾਲ ਡਿਫਰੈਂਸ਼ੀਏਟ ਕਰਦੇ ਹੋਏ ਸਾਰੇ ਕ੍ਰਿਟੀਕਲ ਪੁਆਇੰਟਸ ਦਾ ਪਤਾ ਲਗਾਵਾਂਗੇ। ਇਸ ਲਈ f(x) ਨੂੰ ਡਿਫਰੈਂਸ਼ੀਏਟ ਕਰਦੇ ਹੋਏ ਕ੍ਰਿਟੀਕਲ ਪੁਆਇੰਟ ਬਰਾਬਰ ਹਨ 0 ਦੇ। ਅਸੀਂ ਇਹ ਇਕੁਏਸ਼ਨ ਪ੍ਰਾਪਤ ਕਰਾਂਗੇ ਕਿ f(y) ਬਰਾਬਰ ਹੈ 0 ਦੇ। ਅਸੀਂ ਇਹ ਇਕੁਏਸ਼ਨ ਪ੍ਰਾਪਤ ਕਰਾਂਗੇ ਅਤੇ f(y)z ਬਰਾਬਰ ਹੈ 0 ਦੇ। ਅਸੀਂ ਇਹ ਇਕੁਏਸ਼ਨ ਪ੍ਰਾਪਤ ਕਰਾਂਗੇ। ਇਹਨਾਂ ਤਿੰਨ ਇਕੁਏਸ਼ਨਾਂ ਵਿੱਚੋਂ ਅਸੀਂ ਇਸ ਇਕੁਏਸ਼ਨ ਵਿੱਚੋਂ ਸਾਰੇ ਕ੍ਰਿਟੀਕਲ ਪੁਆਇੰਟਸ ਨੂੰ ਲੱਭਣਾ ਹੈ। ਪਹਿਲਾਂ ਅਸੀਂ ਦੂਸਰੀ ਇਕੁਏਸ਼ਨ ਤੋਂ ਲੈਂਬਡਾ ਦੀ ਟਰਮਜ਼ ਵਿੱਚ ਇਸ x-2 ਨੂੰ ਲਿਖਾਂਗੇ, ਨਾਲ ਹੀ ਅਸੀਂ ਲੈਂਬਡਾ ਦੀ ਟਰਮਜ਼ ਵਿੱਚ y-1 ਨੂੰ ਲਿਖਦੇ ਹਾਂ। ਅਸੀਂ ਇੱਥੇ ਸਬਸਟੀਟਿਊਟ ਕਰਾਂਗੇ, ਅਸੀਂ ਲੈਂਬਡਾ ਦੀਆਂ ਸੰਭਾਵਿਤ ਵੈਲਿਊਜ਼ ਨੂੰ ਪ੍ਰਾਪਤ ਕਰਾਂਗੇ। ਇਸ ਲਈ ਇਸ ਤਰੀਕੇ ਨਾਲ ਅਸੀਂ ਇਸ ਨੂੰ ਹੱਲ ਕਰਾਂਗੇ। ਆਓ ਇੱਥੇ ਪਹਿਲੀ ਪ੍ਰੋਬਲਮ ਨੂੰ ਲਿਖੀਏ। ਸਾਡੇ ਕੋਲ x ਹੈ ਅਤੇ ਸਾਡੇ ਕੋਲ ਲੈਂਬਡਾ x ਹੈ ਅਤੇ ਫਿਰ ਸਾਡੇ ਕੋਲ -2 ਲੈਂਬਡਾ ਬਰਾਬਰ ਹੈ 0 ਹੈ, ਇਸ ਲਈ x1 ਪਲਸ ਲੈਂਬਡਾ ਅਤੇ ਫਿਰ ਇਹ ਬਰਾਬਰ ਹੈ 2 ਲੈਂਬਡਾ ਦੇ, ਇਸ ਲਈ x2 ਲੈਂਬਡਾ 1 ਪਲਸ ਲੈਂਬਡਾ ਹੈ। ਇਸ ਲਈ ਜੇਕਰ ਅਸੀਂ x-2 ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉੱਥੇ -2 ਤਾਂ ਅਸੀਂ 2 ਲੈਂਬਡਾ -2 ਲੈਂਬਡਾ ਬਟਾ 1 ਪਲਸ ਲੈਂਬਡਾ ਪ੍ਰਾਪਤ ਕਰਾਂਗੇ। ਇਸ ਲਈ ਇਸ ਮਾਮਲੇ ਵਿੱਚ ਇਹ -2 ਬਟਾ 1 ਪਲਸ ਲੈਂਬਡਾ ਹੈ ਅਤੇ ਇਹ ਇਕੁਏਸ਼ਨ ਨੰਬਰ 1 ਤੋਂ x-2 ਦੀ ਵੈਲਿਊ ਹੈ। ਇੱਥੇ ਸਾਡੇ ਕੋਲ x-2 ਬਟਾ 1 ਪਲਸ ਲੈਂਬਡਾ ਹੈ। ਇਸੇ ਤਰ੍ਹਾਂ ਅਸੀਂ ਇਸ ਇਕੁਏਸ਼ਨ y-1 ਤੋਂ ਬਾਹਰ ਨਿਕਲ ਸਕਦੇ ਹਾਂ ਜੋ ਕਿ -1 ਬਟਾ 1 ਪਲਸ ਲੈਂਬਡਾ ਦੇ ਰੂਪ ਵਿੱਚ ਆਵੇਗੀ। ਅਤੇ ਤੀਸਰੀ ਇਕੁਏਸ਼ਨ, ਹੁਣ ਅਸੀਂ ਇਸ x-2 y-1 ਨੂੰ ਇੱਥੇ ਸਬਸਟੀਟਿਊਟ ਕਰ ਸਕਦੇ ਹਾਂ ਅਤੇ ਸਾਨੂੰ ਲੈਂਬਡਾ ਵਿੱਚ ਇਕੁਏਸ਼ਨ ਮਿਲੇਗੀ ਜਿਸ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਲਈ ਸਾਡੇ ਕੋਲ 1 ਪਲਸ ਲੈਂਬਡਾ ਬਰਾਬਰ ਹੈ a ਪਲਸ ਮਾਈਨਸ ਅੱਧੇ ਦੇ। ਇਸ ਲਈ ਇੱਥੋਂ ਦੀ ਸਾਨੂੰ ਮੂਲ ਰੂਪ ਵਿੱਚ ਲੈਂਬਡਾ ਮਿਲਿਆ। ਇੱਕ ਵਾਰ ਜਦੋਂ ਸਾਡੇ ਕੋਲ ਲੈਂਬਡਾ ਹੈ ਤਾਂ ਅਸੀਂ x ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ ਇਸ ਅਨੁਸਾਰੀ y ਵੀ ਪ੍ਰਾਪਤ ਕਰ ਸਕਦੇ ਹਾਂ। ਤਾਂ ਇੱਥੋਂ ਦੀ ਦੂਸਰੀ ਇਕੁਏਸ਼ਨ ਅਸੀਂ ਲੈਂਬਡਾ -1 ਬਟਾ 2 ਅਤੇ -3 ਬਟਾ 2 ਪ੍ਰਾਪਤ ਕਰਦੇ ਹਾਂ। ਇਹ ਸੰਭਾਵਨਾਵਾਂ ਹਨ ਜਿਸ ਤੋਂ ਕਿ ਅਖੀਰ ਵਿੱਚ ਇਸ ਇਕੁਏਸ਼ਨ ਨੂੰ ਸੰਤੁਸ਼ਟ ਕਰਾਂਗੇ। ਇਸ ਇਕੁਏਸ਼ਨ ਤੋਂ ਜਦੋਂ ਇਹ ਲੈਂਬਡਾ -1 ਬਟਾ 2 ਹੁੰਦਾ ਹੈ ਤਾਂ ਅਸੀਂ -1 ਲੈਂਬਡਾ -3 ਬਟਾ 2 ਪ੍ਰਾਪਤ ਕਰਾਂਗੇ। ਅਸੀਂ 3 ਪ੍ਰਾਪਤ ਕਰਾਂਗੇ ਅਤੇ ਪਹਿਲੀ ਇਕੁਏਸ਼ਨ ਤੋਂ ਅਸੀਂ x-2 ਅਤੇ 6 ਪ੍ਰਾਪਤ ਕਰਾਂਗੇ ਤਾਂ ਸਾਡੇ ਕੋਲ ਇਸ ਪ੍ਰੋਬਲਮ ਦਾ ਸੋਲਿਊਸ਼ਨ ਹੈ। ਇਸ ਲਈ -2 -1 ਅਤੇ -1 ਬਟਾ 2 ਇੱਕ ਪੁਆਇੰਟ ਹੈ, ਇੱਕ ਹੋਰ 3 ਅਤੇ -3 ਬਟਾ 2 ਹੈ। ਇਸ ਲਈ ਸੁਭਾਵਿਕ ਰੂਪ ਵਿੱਚ ਅਸੀਂ ਸਿਰਫ xy ਪੁਆਇੰਟਸ ਲਵਾਂਗੇ ਕਿਉਂਕਿ ਅਸੀਂ xy ਪੁਆਇੰਟ ਤੇ ਫੰਕਸ਼ਨ ਦੀ ਵੈਲਿਊ ਨੂੰ ਕੰਪਿਊਟ ਕਰਨਾ ਚਾਹੁੰਦੇ ਹਾਂ। ਇਸ ਲਈ ਸਾਡੇ ਕੋਲ 3 ਪੁਆਇੰਟਸ ਹਨ, ਇੱਕ ਜੋ ਕਿ ਇੰਟੀਰੀਅਰ ਪੁਆਇੰਟ ਵਿੱਚ ਸੀ, ਇੱਕ 0 ਪੁਆਇੰਟ ਹੈ ਅਤੇ 2 ਪੁਆਇੰਟਸ ਜੋ ਅਸੀਂ ਇੱਥੇ ਪ੍ਰਾਪਤ ਕੀਤੇ ਹਨ ਉਹ -2 -1 ਅਤੇ 6 3 ਹਨ। ਇਹ 3 ਪੁਆਇੰਟਸ ਹਨ। ਅਸੀਂ ਫੰਕਸ਼ਨ ਵੈਲਿਊ ਦਾ ਮੁਲਾਂਕਣ ਕਰਾਂਗੇ ਤਾਂ ਜੋ ਕਿ ਇਸ 0 ਤੇ ਫੰਕਸ਼ਨ ਵੈਲਿਊ 0 -2 -1 ਹੈ, ਇਹ 5 ਅਤੇ 6 3 ਹੈ। ਜੇਕਰ ਅਸੀਂ ਇਸ x² ਪਲਸ y² ਦਾ ਮੁਲਾਂਕਣ ਕਰਦੇ ਹਾਂ ਤਾਂ ਫੰਕਸ਼ਨ f(x, y, c) ਅਤੇ ਇਹ 2x² ਪਲਸ y² ਦੇ ਬਰਾਬਰ ਇਹ 5 ਹੈ ਅਤੇ ਫਿਰ ਇੱਥੇ 6² 36 ਪਲਸ 945 ਹੈ। ਇਸ ਲਈ ਸਾਡੇ ਕੋਲ ਇਹ ਫੰਕਸ਼ਨ ਵੈਲਿਊਜ਼ ਹਨ ਅਤੇ ਅਸੀਂ ਹੁਣ ਇਹ ਮਹਿਸੂਸ ਕਰਦੇ ਹਾਂ ਕਿ ਇਹ ਮਿਨੀਮਮ ਵੈਲਿਊ ਹੈ ਜੋ ਕਿ ਫੰਕਸ਼ਨ ਲੈਂਦਾ ਹੈ, ਜੋ ਕਿ ਸੁਭਾਵਿਕ ਰੂਪ ਵਿੱਚ ਸੱਚ ਹੈ ਅਤੇ ਇਸ ਫੰਕਸ਼ਨ ਤੋਂ ਜੋ ਅਸੀਂ ਸਿੱਧੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ ਉਹ ਫੰਕਸ਼ਨ x² ਪਲਸ y² ਸੀ। ਇਸ ਲਈ ਮਿਨੀਮਮ ਵੈਲਿਊ 0 ਹੋਵੇਗੀ ਕਿਉਂਕਿ ਇਹ 0 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। 0 ਤੇ ਮਿਨੀਮਮ 0 ਹੋਵੇਗਾ ਅਤੇ ਇੱਥੇ ਪੁਆਇੰਟ 6 3 ਤੇ ਮੈਕਸਿਮਮ ਵੈਲਿਊ ਪ੍ਰਾਪਤ ਕਰ ਲਈ ਗਈ ਹੈ ਅਤੇ ਫੰਕਸ਼ਨ ਦੀ ਵੈਲਿਊ 45 ਹੈ।
ਇਸ ਲਈ ਸਾਡੇ ਕੋਲ ਮਿਨੀਮਮ ਵੈਲਿਊ 0 ਅਤੇ ਇਸ ਪ੍ਰੋਬਲਮ ਦੀ ਮੈਕਸਿਮਮ ਵੈਲਿਊ 35 ਹੈ। ਤਾਂ ਕਨਕਲੂਜਨ ਹੁਣ ਲੈਗਰੇਂਜ ਮਲਟੀਪਲਾਇਰ ਦਾ ਮੈਥਡ ਹੈ ਅਤੇ ਇਹ ਕਿ ਅਸੀਂ ਹੁਣ ਦਿੱਤੇ ਗਏ ਕੰਸਟਰੇਂਟ ਨਾਲ ਇੱਕ ਫੰਕਸ਼ਨ ਜੋ ਕਿ ਇੱਥੇ fxy ਹੈ ਦਾ ਮੈਕਸਿਮਮ ਜਾਂ ਮਿਨੀਮਮ ਲੱਭਣਾ ਚਾਹੁੰਦੇ ਹਾਂ। ਵਿਚਾਰ ਇਹ ਹੈ ਕਿ ਇਸ ਲੈਂਬਡਾ ਨੂੰ ਇਸ ਫਾਈ ਦੇ ਸਾਹਮਣੇ ਲਿਆ ਕੇ ਇੱਥੇ ਇੱਕ ਔਗਜ਼ਿਲਰੀ ਫੰਕਸ਼ਨ ਤਿਆਰ ਕਰਨਾ ਹੈ ਅਤੇ ਫਿਰ ਇਸ f ਦੇ ਐਕਸਟ੍ਰੀਮਾ ਲਈ ਜ਼ਰੂਰੀ ਕੰਡੀਸ਼ਨ ਹੋਵੇਗੀ fx ਦੀ ਸੈਟਿੰਗ ਕਰਨਾ ਜੋ ਕਿ ਬਰਾਬਰ ਹੈ 0 ਦੇ ਅਤੇ ਫਿਰ ਸਾਨੂੰ ਇਹ ਇਕੁਏਸ਼ਨ ਮਿਲਦੀ ਹੈ fy 0 ਦੇ ਬਰਾਬਰ ਹੈ ਅਤੇ ਅਸੀਂ ਇੱਕ ਹੋਰ ਇਕੁਏਸ਼ਨ ਪ੍ਰਾਪਤ ਕਰਦੇ ਹਾਂ ਅਤੇ f ਲੈਂਬਡਾ 0 ਦੇ ਬਰਾਬਰ ਹੈ। ਅਸੀਂ ਫਾਈ xy ਬਰਾਬਰ ਹੈ 0 ਦੇ ਪ੍ਰਾਪਤ ਕਰਦੇ ਹਾਂ। ਇਹਨਾਂ ਤਿੰਨਾਂ ਇਕੁਏਸ਼ਨਾਂ ਵਿੱਚੋਂ ਹੁਣ ਅਸੀਂ xy ਅਤੇ ਲੈਂਬਡਾ ਦੇ ਸਾਰੇ ਪੁਆਇੰਟਸ ਦਾ ਪਤਾ ਲਗਾਉਣਾ ਹੈ ਜਿਸ ਦਾ ਅਰਥ ਹੈ ਕਿ ਇਹ xy ਅਤੇ ਲੈਂਬਡਾ ਇਸ ਲਈ xy ਲੈਂਬਡਾ ਦੀਆਂ ਸਾਰੀਆਂ ਸੰਭਾਵਿਤ ਵੈਲਿਊਜ਼ ਸਾਨੂੰ ਇਹ ਦੇਖਣਾ ਪਵੇਗਾ ਕਿ ਕੀ ਇਹਨਾਂ ਤਿੰਨਾਂ ਇਕੁਏਸ਼ਨਾਂ ਨੂੰ ਸੰਤੁਸ਼ਟ ਕਰਦਾ ਹੈ ਅਤੇ ਫਿਰ ਉਹਨਾਂ ਸਾਰੇ ਪੁਆਇੰਟਸ ਤੇ ਸਾਨੂੰ ਫੰਕਸ਼ਨ ਵੈਲਿਊ fxy ਨੂੰ ਕੰਪਿਊਟ ਕਰਨਾ ਪਵੇਗਾ ਅਤੇ ਇਹ ਦੇਖਣਾ ਪਵੇਗਾ ਕਿ ਫੰਕਸ਼ਨ ਆਪਣਾ ਮੈਕਸਿਮਮ ਅਤੇ ਮਿਨੀਮਮ ਕਿੱਥੇ ਪ੍ਰਾਪਤ ਕਰ ਰਿਹਾ ਹੈ। ਇਸ ਲਈ ਇਸ ਤਰ੍ਹਾਂ ਅਸੀਂ ਗਲੋਬਲ ਮੈਕਸਿਮਮ ਮਿਨੀਮਮ ਪਤਾ ਲਗਾ ਸਕਦੇ ਹਾਂ। ਫਿਰ ਸਾਨੂੰ ਇਸ ਬਾਰੇ ਸਾਵਧਾਨ ਰਹਿਣਾ ਪਵੇਗਾ ਕਿ ਪ੍ਰੋਬਲਮ ਜਦੋਂ ਸਾਡੇ ਕੋਲ ਨੇੜਲੀ ਅਤੇ ਬਾਉਂਡਰੀ ਡੋਮੇਨ ਹੈ ਸਾਨੂੰ ਡੋਮੇਨ ਦੇ ਅੰਦਰ ਦੇਖਣਾ ਪਵੇਗਾ ਕਿਉਂਕਿ ਉੱਥੇ ਕੁਝ ਅਜਿਹੇ ਕੈਂਡੀਡੇਟ ਹੋ ਸਕਦੇ ਹਨ ਜਿੱਥੇ ਫੰਕਸ਼ਨ ਮੈਕਸਿਮਮ ਅਤੇ ਮਿਨੀਮਮ ਵੈਲਿਊ ਲੈ ਸਕਦਾ ਹੈ ਅਤੇ ਉੱਥੇ ਬਾਉਂਡਰੀਜ਼ ਤੇ ਅਜਿਹੇ ਪੁਆਇੰਟਸ ਹੋ ਸਕਦੇ ਹਨ ਜਿੱਥੇ ਕਿ ਫੰਕਸ਼ਨ ਆਪਣਾ ਐਕਸਟ੍ਰੀਮਾ ਲੈ ਸਕਦਾ ਹੈ। ਇਸ ਲਈ ਇਹ ਹਵਾਲੇ ਹਨ ਜਿਨ੍ਹਾਂ ਦਾ ਉਪਯੋਗ ਅਸੀਂ ਇਹਨਾਂ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤਾ ਹੈ। ਧੰਨਵਾਦ।